ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਪਿਛਲਾ 2364 ETT ਪੇਪਰ ਮੈਥ ਦਾ ਜੋ ਪਾਰਟ ਹੈ ਉਹ ਸੋਲਵ ਕਰਾਂਗੇ ਤੇ ਕੁਝ ਆਪਾਂ ਇਹਨਾਂ ਨੂੰ ਸੋਲਵ ਕਰਨ ਦੀਆਂ ਟ੍ਰਿਕਸ ਵੀ ਸਿੱਖਾਂਗੇ। ਤਾਂ ਸ਼ੁਰੂ ਕਰਦੇ ਹਾਂ। ਫਸਟ ਸਟੇਟਮੈਂਟ ਹੈ, ਇੱਕ ਤਿਕੋਣੀ ਫੱਟੀ ਦੇ 13 ਸੈਂਟੀਮੀਟਰ 14 ਸੈਂਟੀਮੀਟਰ ਅਤੇ 15 ਸੈਂਟੀਮੀਟਰ ਪਾਸੇ ਹਨ। ਇਸ ਨੂੰ ਪੇਂਟ ਕਰਨ ਦਾ ਮੁੱਲ 5 ਰੁਪਏ ਪ੍ਰਤੀ ਸੈਂਟੀਮੀਟਰ ਸਕੁਅਰ ਦੀ ਦਰ ਅਨੁਸਾਰ ਹੈ। ਤਾਂ ਦੇਖੋ ਸਾਨੂੰ ਇੱਕ ਤਿੰਨ ਕੋਣੀ ਜਿਹੜੀ ਫੱਟੀ ਉਹ ਦਿੱਤੀ ਹੋਈ ਹੈ, ਉਹਦੀਆਂ ਸਾਈਡਾਂ ਦਿੱਤੀਆਂ ਹੋਈਆਂ ਔਰ ਆਪਾਂ ਦੱਸਣਾ ਕਿ 5 ਰੁਪਏ ਪ੍ਰਤੀ ਵਰਗ ਸੈਂਟੀਮੀਟਰ ਦੀ ਦਰ ਨਾਲ ਉਹਨੂੰ ਪੇਂਟ ਕਰਨ ਦਾ ਜਿਹੜਾ ਖਰਚਾ ਉਹ ਕਿੰਨਾ ਆਊਗਾ। ਤਾਂ ਦੇਖੋ ਜਦੋਂ ਆਪਣੇ ਕੋਲ ਇੱਥੇ ਸੈਂਟੀਮੀਟਰ ਸਕੁਅਰ ਦਿੱਤਾ ਹੋਇਆ ਤਾਂ ਇਸ ਦਾ ਮਤਲਬ ਹੈ ਆਪਾਂ ਨੂੰ ਇਸ ਫੱਟੀ ਦਾ ਜਿਹੜਾ ਏਰੀਆ ਹੈ ਉਹ ਪਤਾ ਕਰਨਾ ਪਊਗਾ। ਤਾਂ ਜਦੋਂ ਆਪਾਂ ਨੂੰ ਕਿਸੇ ਤਿਕੋਣ ਦੀਆਂ ਤਿੰਨ ਸਾਈਡਾਂ ਦਿੱਤੀਆਂ ਹੋਣ ਤਾਂ ਆਪਾਂ ਉਹਨਾਂ ਦਾ ਜਿਹੜਾ ਏਰੀਆ ਹੈ ਉਹ ਹੀਰੋ ਫਾਰਮੂਲੇ ਦੀ ਹੈਲਪ ਦੇ ਨਾਲ ਸੋਲਵ ਕਰਦੇ ਹਾਂ। ਤਾਂ ਦੇਖੋ ਜਿਹੜੀਆਂ ਇਹ ਆਪਾਂ ਨੂੰ ਤਿੰਨ ਸਾਈਡਾਂ ਦਿੱਤੀਆਂ ਹੋਈਆਂ, ਇਹਨਾਂ ਵਿੱਚੋਂ ਤੁਸੀਂ ਪਹਿਲੀ ਸਾਈਡ ਨੂੰ A ਮੰਨ ਲੈਣਾ ਔਰ ਜੋ ਦੂਸਰੀ ਸਾਈਡ ਆ ਉਹਨੂੰ B ਮੰਨ ਲੈਣਾ ਔਰ ਜੋ ਤੀਸਰੀ ਸਾਈਡ ਆ ਉਹਨੂੰ C ਮੰਨ ਲੈਣਾ। ਉਸ ਤੋਂ ਬਾਅਦ ਆਪਾਂ ਇਹਨਾਂ ਦਾ ਸੈਮੀ ਪੈਰੀਮੀਟਰ ਯਾਨੀ ਅਰਧ ਪਰਿਮਾਪ ਪਤਾ ਕਰਨਾ ਹੁੰਦਾ ਹੈ। ਤਾਂ ਅਰਧ ਪਰਿਮਾਪ ਅਸੀਂ ਕਿਵੇਂ ਪਤਾ ਕਰਾਂਗੇ? S ਬਰਾਬਰ ਤਿੰਨੋਂ ਸਾਈਡਾਂ ਦਾ ਜੋੜ ਬਟਾ 2। ਤਾਂ ਵੈਲਿਊ ਭਰਾਂਗੇ A ਦੀ ਵੈਲਿਊ, B ਦੀ ਵੈਲਿਊ, C ਦੀ ਵੈਲਿਊ ਬਟਾ 2। ਇਹਨਾਂ ਤਿੰਨਾਂ ਦਾ ਪਲੱਸ ਕਰਾਂਗੇ 13 + 14 27, 27 + 15 42 ਬਟਾ 2। ਤਾਂ 42 ਨੂੰ 2 ਤੇ ਭਾਗ ਕਰਾਂਗੇ ਤਾਂ ਜੋ ਸਾਡੀ ਵੈਲਿਊ ਉਹ 21 ਆ ਜੂਗੀ। ਤਾਂ ਫਿਰ ਖੇਤਰਫਲ ਪਤਾ ਕਰਨ ਦਾ ਫਾਰਮੂਲਾ ਕੀ ਹੈ ਸਾਡੇ ਕੋਲੇ? ਵਰਗਮੂਲ ਦੇ ਵਿੱਚ S -A S - B S - C। ਤਾਂ ਹੁਣ ਆਪਾਂ ਇਹਨਾਂ ਦੀਆਂ ਵੈਲਿਊਜ਼ ਭਰਨੀਆਂ। S ਦੀ ਵੈਲਿਊ ਹੈ ਸਾਡੇ ਕੋਲੇ 21, 21 - A ਦੀ ਵੈਲਿਊ 13, 21 - B ਦੀ ਵੈਲਿਊ 14, 21 - C ਦੀ ਵੈਲਿਊ 15। ਤਾਂ ਹੁਣ ਆਪਾਂ ਇਹਨਾਂ ਦਾ ਮਾਈਨਸ ਕਰ ਦਾਂਗੇ। 21 ਚੋਂ 13 ਘਟਾ ਕੇ 8, 21 ਚੋਂ 14 ਘਟਾ ਕੇ 7, 21 ਚੋਂ 15 ਘਟਾ ਕੇ 6। ਤਾਂ ਹੁਣ ਦੇਖੋ ਜਾਂ ਤਾਂ ਆਪਾਂ ਇਹਨਾਂ ਸਾਰਿਆਂ ਦੀ ਗੁਣਾ ਕਰਕੇ ਵਰਗਮੂਲ ਕੱਢ ਸਕਦੇ ਹਾਂ ਜਾਂ ਗੁਣਾ ਕਰਨ ਦੀ ਬਜਾਏ ਆਪਾਂ ਇਹਨਾਂ ਦੇ ਫੈਕਟਰ ਕਰ ਲੈਂਦੇ ਹਾਂ। ਤਾਂ 21 ਦੇ ਅਸੀਂ ਇਸ ਤਰ੍ਹਾਂ ਫੈਕਟਰ ਕਰ ਲਾਂਗੇ। ਤਾਂ 3 ਤੇ ਭਾਗ ਹੋ ਕੇ 7, 7 ਤੇ ਭਾਗ ਕਰਾਂਗੇ 1। ਇਸੇ ਤਰ੍ਹਾਂ ਅਸੀਂ 8 ਦੇ ਫੈਕਟਰ ਕਰਾਂਗੇ ਤਾਂ ਹੋ ਜਾਊਗਾ 2 × 2 × 2। 7 ਦਾ ਇਕੱਲਾ 7 ਹੀ ਰਹਿ ਜੂ। 6 ਦੇ ਫੈਕਟਰ ਕਰਾਂਗੇ ਤਾਂ 2 × 3। ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ? ਅੰਡਰ ਰੂਟ ਦੇ ਵਿੱਚੋਂ ਦੋ ਰਕਮਾਂ ਦੀ ਇੱਕ ਰਕਮ ਬਾਹਰ ਆ ਜਾਂਦੀ ਹੈ ਤਾਂ ਅਸੀਂ ਪੇਅਰ ਬਣਾ ਲਾਂਗੇ। ਦੇਖੋ ਇੱਕ ਆਹ ਵਾਲਾ ਪੇਅਰ ਹੋ ਗਿਆ, ਇੱਕ ਇਹਨਾਂ ਦੋਨਾਂ ਦਾ ਹੋ ਗਿਆ, ਇੱਕ ਇਹਨਾਂ ਦੋਨਾਂ ਦਾ ਹੋ ਗਿਆ ਔਰ ਇੱਕ ਇਹਨਾਂ ਦੋਨਾਂ ਦਾ। ਤਾਂ ਵੈਲਿਊ ਆ ਜੂਗੀ ਸਾਡੇ ਕੋਲੇ 3 7 2 2। ਤਾਂ ਇਹਨਾਂ ਦੀ ਗੁਣਾ ਕਰ ਦਾਂਗੇ। 3 7 21, 21 ਦੂਣਾ 42, 42 ਦੂਣਾ 84। ਤਾਂ ਜਿਹੜਾ ਇਹ ਸਾਡੇ ਕੋਲੇ ਤਿਕੋਣ ਸੀਗਾ ਉਹਦਾ ਖੇਤਰਫਲ ਸਾਡੇ ਕੋਲੇ ਕਿੰਨਾ ਆ ਗਿਆ? 84 ਸੈਂਟੀਮੀਟਰ ਸਕੁਅਰ। ਤਾਂ ਹੁਣ ਦੇਖੋ ਸਾਨੂੰ 1 ਸੈਂਟੀਮੀਟਰ ਸਕੁਅਰ ਦਾ ਜਿਹੜਾ ਖਰਚ ਹੈ ਉਹ ਕਿੰਨਾ ਦਿੱਤਾ ਹੋਇਆ ਸਾਨੂੰ ਇਹਨਾਂ ਨੇ? 5 ਰੁਪਏ। ਤਾਂ ਅਸੀਂ ਲੱਭਣਾ 84 ਸੈਂਟੀਮੀਟਰ ਸਕੁਅਰ ਦਾ ਖਰਚ। ਤਾਂ ਉਹਨੂੰ 84 ਨੂੰ ਅਸੀਂ 5 ਦੇ ਨਾਲ ਗੁਣਾ ਕਰ ਦਾਂਗੇ। ਤਾਂ 84 ਨੂੰ 5 ਨਾਲ ਗੁਣਾ ਕਰਾਂਗੇ ਤਾਂ ਉਹ ਹੁੰਦਾ 420 ਰੁਪਏ। ਤਾਂ 420 ਰੁਪਏ ਜਿਹੜਾ ਉਹ ਸਾਡੇ ਕੋਲੇ ਸੈਕਿੰਡ ਆਪਸ਼ਨ ਦੇ ਵਿੱਚ ਹੈ। ਨੈਕਸਟ ਸਟੇਟਮੈਂਟ ਹੈ, ਦੋ ਸ਼ੰਕੂਆਂ ਦੇ ਆਇਤਨਾਂ ਦਾ ਅਨੁਪਾਤ 2:3 ਹੈ ਅਤੇ ਉਹਨਾਂ ਦੇ ਅਰਧ ਵਿਆਸਾਂ ਦਾ ਅਨੁਪਾਤ 1:2 ਹੈ। ਤਾਂ ਆਪਾਂ ਦੱਸਣਾ ਉਹਨਾਂ ਦੀਆਂ ਉਚਾਈਆਂ ਦਾ ਅਨੁਪਾਤ ਹੈ ਜਿਹੜਾ ਉਹ ਕਿੰਨਾ ਹੋਊਗਾ। ਤਾਂ ਦੇਖੋ ਜਿਹੜਾ ਸਾਨੂੰ ਪਹਿਲੇ ਸ਼ੰਕੂ ਦਾ ਆਇਤਨ ਦਿੱਤਾ ਹੋਇਆ ਉਹਨੂੰ ਅਸੀਂ ਮੰਨ ਲੈਂਦੇ ਹਾਂ V1 ਮਤਲਬ ਵੋਲੀਅਮ 1। ਇਹ ਹੈਗਾ ਸਾਡੇ ਕੋਲੇ 2 ਔਰ ਦੂਸਰੇ ਦਾ ਵੋਲੀਅਮ ਕਿੰਨਾ ਹੈ? 3। ਇਸੇ ਤਰ੍ਹਾਂ ਸਾਡੇ ਕੋਲੇ ਪਹਿਲਾ ਜਿਹੜਾ ਸ਼ੰਕੂ ਹੈ ਉਹਦਾ ਅਰਧ ਵਿਆਸ ਉਹਨੂੰ ਅਸੀਂ R1 ਮੰਨ ਲਿਆ 1 ਅਤੇ ਦੂਸਰੇ ਦਾ ਅਰਧ ਵਿਆਸ ਉਹਨੂੰ ਅਸੀਂ ਮੰਨ ਲਿਆ 2। ਤਾਂ ਹੁਣ ਦੇਖੋ ਸਾਨੂੰ ਕਿਹਾ ਹੋਇਆ ਵੀ ਇਹਨਾਂ ਦੇ ਆਇਤਨ ਦਾ ਅਨੁਪਾਤ ਯਾਨੀ V1/V2 ਇਹ ਸਾਨੂੰ ਦਿੱਤਾ ਹੋਇਆ ਸੀ 2/3।
ਤਾਂ ਸ਼ੰਕੂ ਦੇ ਵੋਲੀਅਮ ਦਾ ਫਾਰਮੂਲਾ ਹੁੰਦਾ ਹੈ 1/3 ਪਾਈ ਆਰ ਸਕੁਅਰ ਐਚ। ਕਿਉਂਕਿ ਇਹ ਸਾਡੇ ਕੋਲੇ ਪਹਿਲਾ ਸ਼ੰਕੂ ਹੈ, ਇਹਦਾ ਅਰਧ ਵਿਆਸ R1 ਤੇ ਉਚਾਈ ਅਸੀਂ ਮੰਨ ਲੈਂਦੇ ਹਾਂ H1। ਇਸੇ ਤਰ੍ਹਾਂ ਦੂਸਰੇ ਦਾ 1/3 ਪਾਈ ਆਰ ਸਕੁਅਰ ਐਚ। ਦੂਸਰਾ ਤਾਂ ਇਹਨਾਂ ਦੇ ਨਾਲ ਅਸੀਂ 2 ਲਗਾ ਦਾਂਗੇ ਔਰ ਇਹ ਵੈਲਿਊ ਹੈ ਸਾਡੇ ਕੋਲੇ 2/3 ਦੇ ਬਰਾਬਰ। ਤਾਂ 1/3 ਨਾਲ 1/3 ਕੱਟ ਦਿਓ, ਪਾਈ ਦੇ ਨਾਲ ਪਾਈ ਕੱਟ ਦਿਓ। ਹੁਣ R1 ਦੀ ਵੈਲਿਊ ਸਾਡੇ ਕੋਲੇ 1 ਹੈ ਤਾਂ 1 ਦਾ ਸਕੁਅਰ ਕਰਾਂਗੇ 1 ਹੀ ਰਹਿ ਜਾਊਗਾ, ਔਰ R2 ਦੀ ਵੈਲਿਊ ਹੈ ਸਾਡੇ ਕੋਲੇ 2 ਤਾਂ 2 ਦਾ ਸਕੁਅਰ ਕਰਾਂਗੇ 4 ਹੋ ਜੂ। ਨਾਲ ਇਹਦੇ ਰਹਿ ਜੂ H1/H2 ਬਰਾਬਰ 2/3। ਜਿਹੜਾ ਇਹ 4 ਹੈ ਇਹਨੂੰ ਆਪਾਂ ਇੱਧਰ ਮਲਟੀਪਲਾਈ ਕਰ ਦਿੰਦੇ ਹਾਂ ਤਾਂ H1/H2 ਇਹ ਹੋ ਜੂਗਾ 4 ਦੂਣੀ 8/3। ਤਾਂ ਸਾਡੇ ਕੋਲੇ ਉਚਾਈਆਂ ਦਾ ਜਿਹੜਾ ਅਨੁਪਾਤ ਹੈ ਉਹ ਕਿੰਨਾ ਆ ਗਿਆ 8:3। ਇਸ ਦਾ ਮਤਲਬ ਜਿਹੜਾ ਸਾਡਾ ਇਹ ਸੈਕਿੰਡ ਆਪਸ਼ਨ ਹੈ ਇਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਇੱਕ ਚੱਕਰ ਦਾ ਖੇਤਰਫਲ 22 ਸੈਂਟੀਮੀਟਰ ਸਕੁਅਰ ਵੱਧਦਾ ਹੈ ਜਦੋਂ ਅਰਧ ਵਿਆਸ 1 ਸੈਂਟੀਮੀਟਰ ਵਧਾਇਆ ਜਾਂਦਾ ਹੈ। ਉਸ ਚੱਕਰ ਦਾ ਮੂਲ ਅਰਧ ਵਿਆਸ ਲਗਭਗ ਹੈ। ਤਾਂ ਦੇਖੋ ਜਦੋਂ ਆਪਾਂ ਕਿਸੇ ਚੱਕਰ ਦਾ ਅਰਧ ਵਿਆਸ 1 ਸੈਂਟੀਮੀਟਰ ਵਧਾ ਦਈਏ ਤਾਂ ਉਹਦਾ ਜਿਹੜਾ ਖੇਤਰਫਲ ਆ ਉਹ ਪਹਿਲਾਂ ਨਾਲੋਂ 22 ਸੈਂਟੀਮੀਟਰ ਸਕੁਅਰ ਹੈ ਜਿਹੜਾ ਉਹ ਵੱਧ ਜਾਂਦਾ ਹੈ, ਔਰ ਆਪਾਂ ਦੱਸਣਾ ਵੀ ਜਿਹੜਾ ਚੱਕਰ ਹੈ ਉਹਦਾ ਅਰਧ ਵਿਆਸ ਕਿੰਨਾ। ਤਾਂ ਦੇਖੋ ਆਪਾਂ ਮੰਨ ਲੈਂਦੇ ਹਾਂ ਵੀ ਜਿਹੜਾ ਪਹਿਲਾ ਅਰਧ ਵਿਆਸ ਸੀਗਾ ਉਹ ਸੀਗਾ R। ਕਹਾਂਗੇ ਮੰਨ ਲਓ ਅਰਧ ਵਿਆਸ ਬਰਾਬਰ ਹੈ R। ਤਾਂ ਫਿਰ ਚੱਕਰ ਦਾ ਖੇਤਰਫਲ ਕੀ ਹੋ ਜਾਊਗਾ? ਤਾਂ ਚੱਕਰ ਦੇ ਖੇਤਰਫਲ ਦਾ ਫਾਰਮੂਲਾ ਹੁੰਦਾ ਹੈ ਪਾਈ ਆਰ ਸਕੁਅਰ। ਹੁਣ ਜਦੋਂ ਅਸੀਂ 1 ਵਧਾਤਾ ਤਾਂ ਨਵਾਂ ਅਰਧ ਵਿਆਸ ਸਾਡੇ ਕੋਲੇ ਕਿੰਨਾ ਹੋ ਜਾਊਗਾ? ਜਿੰਨਾ ਪਹਿਲਾਂ ਸੀ ਉਹਦੇ ਵਿੱਚ 1 ਜੋੜ ਦਿਓ ਤਾਂ ਖੇਤਰਫਲ ਹੁਣ ਕਿੰਨਾ ਆ ਜਾਊਗਾ ਸਾਡੇ ਕੋਲੇ? ਪਾਈ ਆਰ ਦਾ ਸਕੁਅਰ ਯਾਨੀ R+1 ਦਾ ਸਕੁਅਰ। ਤਾਂ ਹੁਣ ਦੇਖੋ ਸਾਨੂੰ ਉਹਨਾਂ ਨੇ ਕੀ ਕਿਹਾ ਵੀ ਜਦੋਂ ਅਸੀਂ 1 ਸੈਂਟੀਮੀਟਰ ਅਰਧ ਵਿਆਸ ਵਧਾ ਦਿੰਨੇ ਆ ਤਾਂ ਖੇਤਰਫਲ ਹੈ ਜਿਹੜਾ ਪਹਿਲਾਂ ਦੇ ਮੁਕਾਬਲੇ ਜਿਹੜਾ 22 ਵਧ ਜਾਂਦਾ। ਯਾਨੀ ਸਾਡੇ ਕੋਲ ਇਹ ਅਕੋਰਡਿੰਗ ਟੂ ਕੁਐਸਚਨ ਕੀ ਚੀਜ਼ ਹੋ ਜੂਗੀ, ਜਿੰਨਾ ਪਹਿਲਾਂ ਖੇਤਰਫਲ ਹੈ ਉਹਦੇ ਵਿੱਚ ਅਗਰ ਅਸੀਂ 22 ਪਲੱਸ ਕਰ ਦਈਏ ਤਾਂ ਇਹ ਕਿਹਦੇ ਬਰਾਬਰ ਹੋ ਜਾਂਦਾ ਗਾ? ਜਿਹੜਾ ਨਵਾਂ ਖੇਤਰਫਲ ਹੈ ਉਸ ਦੇ ਬਰਾਬਰ। ਤਾਂ ਹੁਣ ਦੇਖੋ ਅਸੀਂ ਇੱਥੇ ਫਾਰਮੂਲਾ ਖੋਲ ਦਾਂਗੇ A ਸਕੁਅਰ ਪਲੱਸ B ਸਕੁਅਰ ਪਲੱਸ 2AB, ਔਰ ਇੱਧਰ ਹੈ ਸਾਡੇ ਕੋਲੇ ਪਾਈ ਆਰ ਸਕੁਅਰ ਪਲੱਸ 22। ਤਾਂ ਪਾਈ ਨੂੰ ਹੁਣ ਅਸੀਂ ਇਹਦੇ ਨਾਲ ਮਲਟੀਪਲਾਈ ਕਰ ਦਿੰਦੇ ਹਾਂ ਤਾਂ ਇਹ ਹੋ ਜੂ ਪਾਈ ਆਰ ਸਕੁਅਰ, ਔਰ ਪਾਈ ਨੂੰ ਇਹਨਾਂ ਦੋਨਾਂ ਦੇ ਨਾਲ ਮਲਟੀਪਲਾਈ 'ਚ ਲਿਖਤਾ 1 + 2 ਪਾਈ। ਤਾਂ ਹੁਣ ਦੇਖੋ ਇੱਧਰਲੇ ਪਾਸੇ ਜਿਹੜਾ ਸਾਡੇ ਕੋਲ ਇਹ ਪਾਈ ਆਰ ਸਕੁਅਰ ਹੈਗਾ ਤਾਂ ਪਾਈ ਆਰ ਸਕੁਅਰ ਨਾਲ ਪਾਈ ਆਰ ਸਕੁਅਰ ਕੈਂਸਲ ਹੋ ਜੂ, ਔਰ ਇੱਥੇ ਜਦੋਂ ਅਸੀਂ ਪਾਈ ਦੀ ਵੈਲਿਊ ਭਰ ਦਈਏ 22/7 ਤਾਂ ਦੇਖੋ ਫਿਰ ਉਹ ਸਾਡੇ ਕੋਲੇ ਕੀ ਚੀਜ਼ ਹੋ ਜੂ? 22 ਉਸੇ ਤਰ੍ਹਾਂ ਲਿਖਤਾ, ਪਾਈ ਦੀ ਵੈਲਿਊ 22/7 ਔਰ ਅੰਦਰ ਹੈ 1 + 2r। ਇਸ 7 ਨੂੰ ਇੱਧਰ ਮਲਟੀਪਲਾਈ ਕਰ ਦਿਓ ਤਾਂ ਇਹ ਸਾਡੇ ਕੋਲੇ ਹੋ ਜਾਊਗਾ 7 × 22 ਬਰਾਬਰ 22 1 + 2r। 22 ਦੇ ਨਾਲ 22 ਕੈਂਸਲ ਹੋ ਜੂ, ਇਹ ਰਹਿ ਜਾਊਗਾ 1 + 2r। ਸ਼ਿਫਟ ਕਰਾਂਗੇ ਤਾਂ 7 - 1 ਬਰਾਬਰ 2r, ਇਹ ਵੈਲਿਊ ਆ ਜੂਗੀ 6। ਤਾਂ ਇੱਥੋਂ r ਸਾਡੇ ਕੋਲੇ ਕਿੰਨਾ ਹੋ ਜੂਗਾ? 6/2 ਯਾਨੀ 3 ਸੈਂਟੀਮੀਟਰ। ਤਾਂ ਸਾਡਾ ਜਿਹੜਾ C ਆਪਸ਼ਨ ਆ ਉਹ ਠੀਕ ਹੋ ਜੂਗਾ। ਨੈਕਸਟ ਸਟੇਟਮੈਂਟ ਹੈ, ਇੱਕ ਦਰਮਿਆਨੀ ਅਸਿਮੈਟ੍ਰੀਕਲ ਵੰਡ ਵਿੱਚ ਕ੍ਰਮਵਾਰ ਬਹੁਲਕ ਅਤੇ ਮੱਧਮਾਨ 32.1 ਅਤੇ 35.4 ਹਨ ਤਾਂ ਮੱਧਿਕਾ ਹੈ। ਤਾਂ ਦੇਖੋ ਇਸ ਦੇ ਲਈ ਮੈਂ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਜੋ ਟ੍ਰਿਕ ਆ ਉਹ ਕਰਵਾਈ ਹੋਈ ਹੈ। ਤਾਂ ਉੱਥੇ ਆਪਾਂ ਕੀ ਕੀਤਾ ਸੀਗਾ, ਦੇਖੋ ਇੰਗਲਿਸ਼ ਦੇ ਵਿੱਚ ਆਪਾਂ ਇਹਨਾਂ ਨੂੰ ਲਿਖਦੇ ਹਾਂ ਮੋਡ, ਮੀਨ ਤੇ ਮੀਡੀਅਨ। ਤਾਂ ਮੋਡ ਯਾਨੀ ਬਹੁਲਕ ਸਾਨੂੰ ਦਿੱਤਾ ਹੋਇਆ ਹੈਗਾ 32.1 ਔਰ ਮੀਨ ਯਾਨੀ ਮੱਧਮਾਨ ਇਹ ਦਿੱਤਾ ਹੋਇਆ 35.4 ਔਰ ਜੋ ਮੀਡੀਅਨ ਹੈ ਉਹ ਅਸੀਂ ਪਤਾ ਕਰਨਾ। ਤਾਂ ਇਸ ਦੀ ਟ੍ਰਿਕ ਕੀ ਹੈ, ਇਹਨਾਂ ਵਿੱਚੋਂ ਜਿਹੜੇ ਦੇ ਵੀ ਵੱਡੇ ਸਪੈਲਿੰਗ ਹੈ ਉਹਨੂੰ ਆਪਾਂ ਇੱਕ ਪਾਸੇ ਲਿਖ ਲੈਣਾ। ਤਾਂ ਮੀਡੀਅਨ ਦੇ ਅਕਸ਼ਰ 6 ਅਸੀਂ ਇਹਨੂੰ ਇੱਕ ਪਾਸੇ ਲਿਖ ਲਿਆ, ਬਰਾਬਰ ਜਿਹੜੇ ਦੋ ਛੋਟੇ ਰਹਿ ਗਏ ਉਹਨਾਂ ਨੂੰ ਆਪਾਂ ਲਿਖ ਲੈਣਾ। ਇਹਦੇ ਨਾਲ ਲਗਾਉਣਾ 3 ਔਰ ਇੱਥੇ ਆਪਾਂ 2 ਲਗਾ ਦੇਣਾ
ਇਹਨੂੰ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ, ਜਿਵੇਂ ਨੋਰਮਲੀ ਅੱਜ ਕੱਲ੍ਹ ਟ੍ਰੈਂਡ ਚੱਲਦਾ ਹੈ, ਕਿਸੇ ਦਾ ਜਨਮ ਦਿਨ ਹੁੰਦਾ ਤਾਂ ਉਹ ਸਟੇਟਸ ਲਗਾ ਦਿੰਦਾ ਆਪਦਾ ਵੀ ਹੈਪੀ ਬਰਥਡੇ ਟੂ ਮੀ। ਤਾਂ ਆਪਾਂ ਇਸ ਤਰ੍ਹਾਂ ਇੱਥੋਂ ਟੂ ਮੀ ਯਾਦ ਰੱਖ ਸਕਦੇ ਹਾਂ ਵੀ ਜਿਹੜਾ ਮੀਨ ਹੈ ਉਹਦੇ ਨਾਲ 2 ਲਗਾਉਣਾ। ਤਾਂ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਲਿਖ ਲਾਂਗੇ। ਮੋਡ ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ 32.1, 2 ਉਵੇਂ ਲਿਖ ਲਿਆ, ਔਰ ਮੀਨ ਦੀ ਵੈਲਿਊ ਦਿੱਤੀ ਹੋਈ ਹੈ 35.4। 32.1 ਉਸੇ ਤਰ੍ਹਾਂ ਲਿਖਤਾ, ਔਰ ਇਹਨੂੰ ਮਲਟੀਪਲਾਈ ਕਰਾਂਗੇ ਤਾਂ ਇਹ ਹੋ ਜਾਊਗਾ 70.8। ਇਹਨਾਂ ਦਾ ਜੋੜ ਕਰ ਦੇਣਾ, ਇਹ ਹੋ ਜਾਊਗਾ 102.9। ਔਰ ਇੱਧਰ ਹੈ ਸਾਡੇ ਕੋਲੇ 3 ਮੀਡੀਅਨ। ਤਾਂ ਮੀਡੀਅਨ ਦੀ ਵੈਲਿਊ ਸਾਡੇ ਕੋਲੇ ਕਿੰਨੀ ਆ ਜਾਊਗੀ, 102.9 ਨੂੰ ਆਪਾਂ 3 ਤੇ ਭਾਗ ਕਰ ਦੇਣਾ। ਭਾਗ ਕਰਾਂਗੇ ਤਾਂ ਇਹ ਆ ਜਾਊਗਾ 34.3, ਯਾਨੀ ਸਾਡਾ ਜੋ ਪਹਿਲਾ ਆਪਸ਼ਨ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਕ੍ਰਿਕਟ ਮੈਚ ਵਿੱਚ ਇੱਕ ਬੈਟਸਮੈਨ 30 ਬਾਲਾਂ ਖੇਡ ਕੇ ਸੀਮਾ ਨੂੰ 6 ਵਾਰ ਹਿੱਟ ਕਰਦਾ ਹੈ, ਉਸ ਦੀ ਸੀਮਾ ਨੂੰ ਨਾ ਹਿੱਟ ਕਰਨ ਦੀ ਸੰਭਾਵਨਾ ਹੈ। ਦੇਖੋ ਕੋਈ ਬੈਟਸਮੈਨ ਹੈ, ਉਹ 30 ਗੇਂਦਾਂ ਖੇਡਦਾ ਹੈ, ਔਰ ਉਹਦੇ ਵਿੱਚੋਂ ਕੀ ਉਹ 6 ਵਾਰ ਆ ਜਿਹੜਾ ਬੋਲ ਨੂੰ ਬਾਉਂਡਰੀ ਪਾਰ ਕਰ ਦਿੰਦਾ ਹੈ, ਔਰ ਆਪਾਂ ਦੱਸਣਾ ਵੀ ਬਾਉਂਡਰੀ ਨਾ ਪਾਰ ਕਰਨ ਦੀ ਸੰਭਾਵਨਾ ਕੀ ਹੈ। ਤਾਂ ਦੇਖੋ ਜਿਹੜੀਆਂ ਉਹਨੇ ਕੁੱਲ ਗੇਂਦਾਂ ਕਿੰਨੀਆਂ ਖੇਡੀਆਂ, ਉਹ ਆਪਣੇ ਕੋਲੇ ਹੈਗੀਆਂ 30। ਤਾਂ ਦੇਖੋ ਉਹਨੇ 6 ਗੇਂਦਾਂ 'ਤੇ ਚੌਕਾ ਮਾਰਿਆ, ਤਾਂ ਚੌਕਾ ਮਾਰਿਆ ਆਪਾਂ ਲਿਖ ਲੈਂਦੇ ਹਾਂ 6 ਗੇਂਦਾਂ 'ਤੇ, ਫਿਰ ਚੌਕਾ ਨਹੀਂ ਮਾਰਿਆ। ਤਾਂ ਦੇਖੋ ਕਿੰਨੀਆਂ ਇਹੋ ਜਿਹੀਆਂ ਗੇਂਦਾਂ ਜਿਨ੍ਹਾਂ 'ਤੇ ਉਹਨੇ ਚੌਕਾ ਨਹੀਂ ਮਾਰਿਆ, ਜਿੰਨੀਆਂ ਟੋਟਲ ਹੈ ਉਹਦੇ ਵਿੱਚੋਂ 6 ਘਟਾ ਦਿਓ ਅਤੇ ਆ ਗਿਆ 24। ਤਾਂ ਸਾਡੇ ਕੋਲੇ ਸੰਭਾਵਨਾ ਦਾ ਕੀ ਫਾਰਮੂਲਾ ਹੈ, ਅਨੁਕੂਲ ਪਰਿਣਾਮਾਂ ਦੀ ਸੰਖਿਆ ਬਟਾ ਕੁੱਲ ਪਰਿਣਾਮਾਂ ਦੀ ਸੰਖਿਆ। ਤਾਂ ਅਨੁਕੂਲ ਪਰਿਣਾਮ ਮਤਲਬ ਜਿਸ ਦਾ ਅਸੀਂ ਰਿਜ਼ਲਟ ਦੱਸਣਾ ਹੈ, ਅਸੀਂ ਰਿਜ਼ਲਟ ਦੱਸਣਾ ਵੀ ਜਿੰਨਿਆਂ 'ਤੇ ਚੌਕਾ ਨਹੀਂ ਮਾਰਿਆ। ਅਤੇ ਟੋਟਲ ਗੇਂਦਾਂ ਸੀ ਸਾਡੇ ਕੋਲੇ 30, ਦੋਨਾਂ ਨੂੰ ਅਸੀਂ 6 ਦੇ ਪਹਾੜੇ 'ਤੇ ਕੱਟ ਕਰ ਦਾਂਗੇ, ਅਤੇ ਇਹ ਆ ਜਾਊਗਾ ਸਾਡੇ ਕੋਲੇ 4/5, ਯਾਨੀ ਜਿਹੜਾ ਇਹ ਡੀ ਆਪਸ਼ਨ ਹੈ ਇਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਇੱਕ ਬਕਸੇ ਵਿੱਚ 12 ਗੇਂਦਾਂ ਹਨ, ਜਿਨ੍ਹਾਂ ਵਿੱਚੋਂ x ਗੇਂਦਾਂ ਕਾਲੀਆਂ ਹਨ। ਜੇਕਰ 6 ਕਾਲੀਆਂ ਗੇਂਦਾਂ ਬਕਸੇ ਵਿੱਚ ਹੋਰ ਪਾ ਦਿੱਤੀਆਂ ਜਾਣ ਤਾਂ ਕਾਲੀ ਗੇਂਦ ਕੱਢਣ ਦੀ ਸੰਭਾਵਨਾ ਪਹਿਲਾਂ ਨਾਲੋਂ ਦੁੱਗਣੀ ਹੋ ਜਾਂਦੀ ਹੈ। x ਦਾ ਮੁੱਲ ਹੈ। ਤਾਂ ਦੇਖੋ ਪਹਿਲਾਂ ਆਪਣੇ ਕੋਲੇ ਬਕਸੇ ਦੇ ਵਿੱਚ ਗੇਂਦਾਂ ਕਿੰਨੀਆਂ, ਕੁੱਲ ਗੇਂਦਾਂ ਆਪਣੇ ਕੋਲੇ ਹੈਗੀਆਂ 12, ਔਰ ਕਾਲੀਆਂ ਗੇਂਦਾਂ ਕਿੰਨੀਆਂ, ਇਹ ਆਪਾਂ ਨੂੰ ਦਿੱਤੀਆਂ ਹੋਈਆਂ x। ਤਾਂ ਕਾਲੀਆਂ ਗੇਂਦਾਂ ਦੀ ਸੰਭਾਵਨਾ ਸਾਡੇ ਕੋਲੇ ਕੀ ਹੋ ਜੂ, ਅਨੁਕੂਲ ਪਰਿਣਾਮਾਂ ਦੀ ਸੰਖਿਆ ਮਤਲਬ x ਬਟਾ ਕੁੱਲ ਪਰਿਣਾਮਾਂ ਦੀ ਸੰਖਿਆ ਯਾਨੀ 12। ਹੁਣ ਦੇਖੋ ਉਹਨਾਂ ਨੇ ਕਿਹਾ ਜੇਕਰ 6 ਕਾਲੀਆਂ ਗੇਂਦਾਂ ਬਕਸੇ ਵਿੱਚ ਹੋਰ ਪਾ ਦਿੱਤੀਆਂ ਜਾਣ ਤਾਂ 6 ਗੇਂਦਾਂ ਪਾਉਣ ਤੋਂ ਬਾਅਦ ਕੁੱਲ ਗੇਂਦਾਂ, 6 ਗੇਂਦਾਂ ਪਾਉਣ ਤੋਂ ਬਾਅਦ ਗੇਂਦਾਂ, ਤਾਂ ਦੇਖੋ 12 ਪਹਿਲਾਂ ਸੀ, 6 ਅਸੀਂ ਹੋਰ ਪਾਤੀਆਂ ਤਾਂ ਹੋ ਗਈਆਂ 18। ਤਾਂ ਹੁਣ ਕਾਲੀਆਂ ਗੇਂਦਾਂ ਕਿੰਨੀਆਂ ਹੋ ਗਈਆਂ ਸਾਡੇ ਕੋਲੇ, ਤਾਂ ਕਾਲੀਆਂ ਗੇਂਦਾਂ ਦੇਖੋ ਪਹਿਲਾਂ ਸਾਡੇ ਕੋਲੇ x ਸੀ, 6 ਅਸੀਂ ਹੋਰ ਪਾਤੀਆਂ, ਤਾਂ ਹੁਣ ਕਾਲੀ ਗੇਂਦ ਦੀ ਸੰਭਾਵਨਾ ਸਾਡੇ ਕੋਲੇ ਕੀ ਹੋ ਜੂਗੀ, ਜਿੰਨੀਆਂ ਕਾਲੀਆਂ ਗੇਂਦਾਂ ਬਟਾ ਜਿੰਨਾ ਟੋਟਲ ਗੇਂਦਾਂ। ਤਾਂ ਦੇਖੋ ਹੁਣ ਸਾਨੂੰ ਕੰਡੀਸ਼ਨ ਕੀ ਦਿੱਤੀ ਹੋਈ ਹੈ, ਕਹਿੰਦੇ ਜਦੋਂ ਅਸੀਂ 6 ਗੇਂਦਾਂ ਹੋਰ ਪਾਤੀਆਂ ਤਾਂ ਕਾਲੀ ਗੇਂਦ ਦੀ ਜਿਹੜੀ ਸੰਭਾਵਨਾ ਉਹ ਪਹਿਲਾਂ ਨਾਲੋਂ ਦੁੱਗਣੀ ਹੋ ਗਈ। ਤਾਂ ਸਾਡਾ ਇਹ ਅਕੋਰਡਿੰਗ ਟੂ ਕੁਐਸਚਨ ਕੀ ਹੋ ਜਾਊਗਾ, ਜਿੰਨੀ ਸਾਡੀ ਪਹਿਲਾਂ ਸੰਭਾਵਨਾ ਸੀ ਉਹਦਾ ਦੁੱਗਣਾ ਕਰ ਦੇਣਾ, ਔਰ ਬਰਾਬਰ ਦੇ ਵਿੱਚ ਜੋ ਨਵੀਂ ਸੰਭਾਵਨਾ ਸੀ ਉਹਨੂੰ ਲਿਖ ਦੇਣਾ। 2 ਨੂੰ ਅਸੀਂ 12 ਤੇ ਕੱਟਾਂਗੇ 6 ਆ ਜੂ, ਤਾਂ 6 ਨੂੰ ਇਸ 18 ਨਾਲ ਕੱਟ ਦਿਓ 3, ਤਾਂ ਉਸ ਤੋਂ ਬਾਅਦ ਅਸੀਂ ਕ੍ਰੋਸ ਮਲਟੀਪਲਾਈ ਕਰ ਦੇਣਾ, 3 ਨੂੰ x ਨਾਲ ਕਰਾਂਗੇ 3x, ਔਰ ਇੱਧਰ ਹੈ x + 6। ਤਾਂ x ਨੂੰ ਜਦੋਂ ਅਸੀਂ ਉੱਧਰ ਸ਼ਿਫਟ ਕਰਾਂਗੇ ਤਾਂ 3x 'ਚੋਂ x ਘਟਾ ਕੇ ਆ ਜਾਊਗਾ 2x, ਤਾਂ ਫਿਰ x ਦੀ ਵੈਲਿਊ ਸਾਡੇ ਕੋਲੇ ਕਿੰਨੀ ਆ ਜੂ 6/2 ਯਾਨੀ 3। ਇਸ ਦਾ ਮਤਲਬ ਜਿਹੜਾ ਸਾਡਾ ਸੈਕਿੰਡ ਆਪਸ਼ਨ ਹੈ ਇਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ,
ਬਹੁਪਦ x ਸਕੁਏਅਰ ਮਾਈਨਸ 2x ਮਾਈਨਸ 3 ਦੀਆਂ ਸਿਫਰਾਂ ਹਨ। ਤਾਂ ਸਾਡੇ ਕੋਲ ਆਹ 4 ਆਪਸ਼ਨ ਦਿੱਤੇ ਹੋਏ ਆ। ਤਾਂ ਦੇਖੋ ਜਦੋਂ ਬਹੁਪਦ ਦੀਆਂ ਸਿਫਰਾਂ ਪਤਾ ਕਰਨੀਆਂ ਹੋਣ ਤਾਂ ਇਹਨੂੰ ਅਸੀਂ ਦੋ ਤਰ੍ਹਾਂ ਨਾਲ ਕਰ ਸਕਦੇ ਹਾਂ। ਇੱਕ ਤਾਂ ਡਾਇਰੈਕਟ ਵੀ ਆਪਸ਼ਨ ਦੇ ਥਰੂ ਕਰ ਸਕਦੇ ਹਾਂ ਔਰ ਇੱਕ ਆਪਾਂ ਮੈਥਡ ਦੇ ਜ਼ਰੀਏ। ਤਾਂ ਪਹਿਲਾਂ ਆਪਾਂ ਇਹਨੂੰ ਮੈਥਡ ਦੇ ਜ਼ਰੀਏ ਸੋਲਵ ਕਰਾਂਗੇ, ਫਿਰ ਆਪਾਂ ਬਾਏ ਆਪਸ਼ਨਸ ਵੀ ਕਰਾਂਗੇ। ਤਾਂ ਦੇਖੋ ਜਦੋਂ ਅਸੀਂ ਇਹਦੀਆਂ ਸਿਫਰਾਂ ਪਤਾ ਕਰਨੀਆਂ ਤਾਂ ਸਭ ਤੋਂ ਪਹਿਲਾਂ ਜੋ ਰਕਮ ਸਾਨੂੰ ਦਿੱਤੀ ਹੋਈ ਹੈ ਅਸੀਂ ਉਹਨੂੰ 0 ਦੇ ਬਰਾਬਰ ਲਿਖ ਲੈਣਾ। ਫਿਰ ਅਸੀਂ ਕੀ ਕਰਨਾ ਹੈ, ਐਕਸ ਸਕੁਏਅਰ ਵਾਲੀ ਰਕਮ ਦੇ ਅਗਰ ਅੱਗੇ ਕੁਝ ਹੈ ਤਾਂ ਠੀਕ ਹੈ, ਨਹੀਂ ਤਾਂ ਆਪਾਂ ਉਹਦੇ ਅੱਗੇ 1 ਮੰਨ ਕੇ ਚੱਲਣਾ। ਤਾਂ 1 ਦੀ ਆਪਾਂ ਵਿਦਆਊਟ ਐਕਸ ਵਾਲੀ ਨਾਲ ਮਲਟੀਪਲਾਈ ਕਰ ਦੇਣਾ। ਤਾਂ 1 ਨੂੰ -3 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲੇ ਵੈਲਿਊ ਬਣੂਗੀ -3। ਹੁਣ ਆਪਾਂ ਦੋ ਰਕਮਾਂ ਇਹੋ ਜਿਹੀਆਂ ਸੋਚਣੀਆਂ ਜਿਨ੍ਹਾਂ ਦੀ ਮਲਟੀਪਲਾਈ ਤਾਂ -3 ਬਣਦੀ ਹੋਵੇ ਔਰ ਪਲੱਸ ਜਾਂ ਮਾਈਨਸ ਕਰੇ ਤੋਂ ਬਣ ਜੇ ਵਿਚਕਾਰ ਵਾਲੀ ਰਕਮ ਯਾਨੀ -2। ਤਾਂ ਉਹ ਦੋ ਰਕਮਾਂ ਹੈਗੀਆਂ -3 ਤੇ 1। ਤਾਂ ਦੇਖੋ ਜਦੋਂ -3 ਦੀ 1 ਨਾਲ ਆਪਾਂ ਮਲਟੀਪਲਾਈ ਕਰਾਂਗੇ -3 ਆ ਜਾਊਗਾ ਔਰ -3 ਦੇ ਵਿੱਚ 1 ਜੋੜਾਂਗੇ ਤਾਂ -2 ਵੀ ਬਣ ਜਾਊਗਾ। ਤਾਂ ਆਪਾਂ ਕੀ ਕਰਨਾ ਹੈ, ਜੋ ਇਹ ਪਹਿਲੀ ਰਕਮ ਹੈ ਇਹਨੂੰ ਬਿਲਕੁਲ ਸੇਮ ਲਿਖ ਦਿਓ ਔਰ ਜਿਹੜੀਆਂ ਦੋ ਰਕਮਾਂ ਸੋਚੀਆਂ -3 ਤੇ 1 ਉਹ ਆਪਾਂ ਇਹਦੀ ਜਗ੍ਹਾ ਤੇ ਲਿਖਾਂਗੇ -3x + 1x। ਇਸ ਰਕਮ ਨੂੰ ਸੇਮ ਲਿਖ ਦਿਓ। ਫਿਰ ਇਹਨਾਂ ਦੋਨਾਂ ਦੇ ਵਿੱਚੋਂ ਸਾਡੇ ਕੋਲੇ ਜੋ ਵੀ ਕਾਮਨ ਆਉਂਦਾ ਅਸੀਂ ਕਾਮਨ ਲਿਖ ਲੈਣਾ। ਤਾਂ ਇਹਨਾਂ ਵਿੱਚੋਂ ਦੇਖੋ ਸਾਡੇ ਕੋਲੇ ਜਿਹੜਾ x ਹੈਗਾ ਉਹ ਕਾਮਨ ਆ ਜਾਊਗਾ, ਇੱਥੇ x ਬਚ ਜਾਊਗਾ ਔਰ ਇੱਥੇ ਬਚ ਜਾਊਗਾ -3। ਫਿਰ ਇਹੀ ਬ੍ਰੈਕਟ ਦੇ ਵਿੱਚ ਜੋ ਰਕਮ ਬਣੀ ਹੈ ਅਸੀਂ ਇਸੇ ਨੂੰ ਹੀ ਅੱਗੇ ਲਿਖ ਲੈਣਾ ਔਰ ਫਿਰ ਇਹਨਾਂ ਦੋਨਾਂ ਦੇ ਵਿੱਚੋਂ ਅਸੀਂ ਦੇਖਣਾ ਕਿ ਕੋਈ ਵੈਲਿਊ ਕਾਮਨ ਆਉਂਦੀ ਹੈ। ਤਾਂ ਇਹਨਾਂ ਵਿੱਚੋਂ ਕਾਮਨ ਕੁਝ ਵੀ ਨਹੀਂ ਆ ਰਿਹਾ, ਇਸ ਕਰਕੇ ਅਸੀਂ ਇੱਥੇ 1 ਲਿਖ ਦਾਂਗੇ ਔਰ ਇੱਥੇ ਆਪਾਂ ਪਹਿਲੀ, ਦੂਜੀ, ਤੀਸਰੀ ਰਕਮ ਦੇ ਅੱਗੇ ਜੋ ਵੀ ਨਿਸ਼ਾਨ ਹੈ ਉਹ ਲਗਾ ਦੇਣਾ। ਫਿਰ ਦੋਨੇ ਬ੍ਰੈਕਟਾਂ ਦੇ ਵਿੱਚ ਜਿਹੜੀ ਰਕਮ ਹੈ ਉਹਨੂੰ ਲਿਖ ਲੈਣਾ ਔਰ ਦੋਨੇ ਬ੍ਰੈਕਟਾਂ ਦੇ ਬਾਹਰ ਦੇਖੋ ਇਹਦੇ ਬਾਹਰ ਹੈਗਾ x ਔਰ ਇਹਦੇ ਬਾਹਰ ਹੈਗਾ 1। ਹੁਣ ਕੱਲੀ ਕੱਲੀ ਰਕਮ ਨੂੰ 0 ਦੇ ਬਰਾਬਰ ਅਸੀਂ ਰੱਖ ਦੇਣਾ। ਤਾਂ -3 ਇੱਧਰ ਸ਼ਿਫਟ ਕਰਾਂਗੇ ਤਾਂ +3 ਹੋ ਜੂ ਔਰ +1 ਇੱਧਰ ਸ਼ਿਫਟ ਕਰਾਂਗੇ ਤਾਂ -1 ਹੋ ਜੂ। ਤਾਂ ਦੇਖੋ ਸਾਡੇ ਕੋਲੇ ਵੈਲਿਊ ਆਈ 3 ਤੇ -1। ਇਹ ਹੈ ਸਾਡਾ ਥਰਡ ਆਪਸ਼ਨ। ਤਾਂ ਇਹਨੂੰ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ। ਅਗਰ ਅਸੀਂ ਬਾਏ ਆਪਸ਼ਨ ਕਰਨਾ ਹੁੰਦਾ ਤਾਂ ਫਿਰ ਦੇਖੋ ਅਸੀਂ ਕੀ ਕਰਾਂਗੇ, ਜੋ ਇਹ ਸਾਨੂੰ ਵੈਲਿਊਜ਼ ਦਿੱਤੀਆਂ ਹੋਈਆਂ ਅਸੀਂ ਇਹਦੇ ਵਿੱਚ ਭਰ ਕੇ ਦੇਖਾਂਗੇ। ਅਗਰ ਇਹਦੇ ਵਿੱਚ ਭਰੇ ਤੋਂ ਆਨਸਰ ਸਾਡਾ 0 ਬਣ ਗਿਆ ਤਾਂ ਉਹੀ ਸਾਡਾ ਆਪਸ਼ਨ ਹੈ ਜਿਹੜਾ ਬਿਲਕੁਲ ਠੀਕ ਹੋਊਗਾ। ਤਾਂ ਪਹਿਲੇ ਆਪਸ਼ਨ 'ਤੇ ਆਪਾਂ ਟਰਾਈ ਕਰਦੇ ਹਾਂ। x ਦੀ ਜਗ੍ਹਾ 'ਤੇ ਅਸੀਂ 1 ਭਰਨਾ। ਤਾਂ 1 ਦਾ ਸਕੁਏਅਰ ਇੱਥੇ 1, ਤਾਂ 1 ਦਾ ਸਕੁਏਅਰ ਕਰਾਂਗੇ 1 ਹੀ ਹੋ ਜੂ। ਇਹਦੇ ਨਾਲ ਮਲਟੀਪਲਾਈ -2। ਹੁਣ ਦੇਖੋ ਇੱਕ ਅਸੀਂ ਉਵੇਂ ਲਿਖ ਲਿਆ, ਮਾਈਨਸ ਪਲੱਸ ਹੋ ਕੇ 5 ਬਣ ਜਾਊ ਔਰ ਇਹਨਾਂ ਦਾ ਮਾਈਨਸ ਕਰਾਂਗੇ ਤਾਂ ਆਊਗਾ 4 ਮਾਈਨਸ ਦਾ 0 ਨਹੀਂ ਬਣਿਆ। ਇਸ ਦਾ ਮਤਲਬ ਸਾਡਾ ਪਹਿਲਾ ਆਪਸ਼ਨ ਤਾਂ ਨਹੀਂ ਹੋ ਸਕਦਾ। ਦੂਸਰੀ ਵੈਲਿਊ ਭਰ ਕੇ ਦੇਖਦੇ ਹਾਂ। -3 ਦਾ ਸਕੁਏਅਰ -3 ਤਾਂ -3 ਹੈਗਾ ਹੀ ਹੈ। -3 ਦਾ ਸਕੁਏਅਰ ਕਰਾਂਗੇ 9, 2 ਤੀਏ 6 ਮਾਈਨਸ ਪਲੱਸ ਤਾਂ ਇਹ ਇਕੱਲਾ 3 ਰਹਿ ਗਿਆ। 9 'ਚ 6 ਜੋੜ ਕੇ 15 ਔਰ 15 'ਚੋਂ 3 ਘਟਾਵਾਂਗੇ ਤਾਂ 12। ਇਸ ਦਾ ਮਤਲਬ ਇਹ ਵੀ ਸਾਡਾ ਆਪਸ਼ਨ ਨਹੀਂ ਹੋ ਸਕਦਾ। ਫਿਰ ਅਸੀਂ ਥਰਡ ਆਪਸ਼ਨ ਟਰਾਈ ਕਰਾਂਗੇ। 3 ਦਾ ਸਕੁਏਅਰ 3 -3 ਦਾ ਸਕੁਏਅਰ ਕੀਤਾ 9, 2 ਤੀਏ 6 ਤਾਂ ਮਾਈਨਸ ਪਲੱਸ ਹੋ ਕੇ 9 ਆ ਜੂ। ਤਾਂ 9 ਚੋਂ 9 ਘਟਾ ਕੇ 0 ਆ ਗਿਆ। ਇਸ ਦਾ ਮਤਲਬ ਇਹ ਸਾਡਾ ਆਪਸ਼ਨ ਹੋ ਸਕਦਾ ਹੈ, ਪਰ ਸਾਨੂੰ ਸੈਕਿੰਡ ਵੈਲਿਊ ਵੀ ਇਹਦੇ ਵਿੱਚ ਭਰ ਕੇ ਦੇਖਣੀ ਪਊਗੀ। ਜੇ ਸੈਕਿੰਡ ਦੇ ਨਾਲ ਇੱਥੇ 0 ਬਣੂਗਾ ਫਿਰ ਸਾਡਾ ਇਹ ਆਪਸ਼ਨ ਹੋਊਗਾ। ਤਾਂ ਹੁਣ ਅਸੀਂ ਮਾਈਨਸ ਦਾ 1 ਭਰ ਕੇ ਦੇਖਦੇ ਹਾਂ। ਤਾਂ 1 ਦਾ ਸਕੁਏਅਰ ਕਰਾਂਗੇ 1 ਹੀ ਹੋ ਜੂਗਾ। ਮਾਈਨਸ ਪਲੱਸ 2 ਹੋ ਗਿਆ। ਇਹ 1 'ਚ 2 ਜੋੜ ਕੇ 3 ਤਾਂ 3 'ਚੋਂ 3 ਘਟਾ ਕੇ 0। ਤਾਂ ਦੇਖੋ ਦੋਨੋਂ ਵੈਲਿਊ ਸੈਟੀਸਫਾਈ ਕਰ ਗਈਆਂ, ਇਸ ਕਰਕੇ ਸਾਡਾ ਜਿਹੜਾ ਸੀ ਆਪਸ਼ਨ ਆ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਜੇਕਰ ਰੇਖੀ ਸਮੀਕਰਨਾਂ ਦੇ ਜੋੜੇ ਮਤਲਬ ਇੱਕ ਵੈਲਿਊ ਇਹ ਹੈ ਔਰ ਇੱਕ ਇਹ ਹੈ, ਇਹਦੇ ਨਾਲ ਦੇ ਤੇ ਅਨੇਕ ਹੱਲ ਔਰ ਆਪਾਂ ਦੱਸਣਾ A ਦਾ ਮੁੱਲ ਹੈ ਜਿਹੜਾ ਉਹ ਕੀ ਹੋਊਗਾ। ਤਾਂ ਇਹ ਜਿਹੇ ਸਵਾਲ ਆਪਾਂ ਪੇਅਰ ਆਫ ਲੀਨੀਅਰ ਇਕੁਏਸ਼ਨ ਇਨ 2 ਵੇਰੀਏਬਲਸ ਵਾਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਤਾਂ ਦੇਖੋ ਇਹਨੂੰ ਆਪਾਂ ਕਿਵੇਂ ਸੋਲਵ ਕਰਨਾ ਹੈ।
ਜਦੋਂ ਅਨੇਕ ਹੱਲ ਯਾਨੀ ਅਸੀਮਿਤ ਹੱਲ ਸਾਨੂੰ ਦਿੱਤੇ ਹੋਣ ਤਾਂ ਸਾਡੇ ਕੋਲੇ ਕੰਡੀਸ਼ਨ ਸੀਗੀ ਉੱਥੇ a1 ਬਟਾ a2 ਬਰਾਬਰ b1 ਬਟਾ b2 ਬਰਾਬਰ c1 ਬਟਾ c2। ਹੁਣ ਇਹ a1 a2 b1 b2 c1 c2 ਕੀ ਚੀਜ਼ ਹੈ? ਜਿਹੜੀ ਪਹਿਲੀ ਸਮੀਕਰਨ ਹੈ ਸਾਡੇ ਕੋਲੇ ਉਹਦੇ ਵਿੱਚ x ਦਾ ਜਿਹੜਾ ਕੋਫੀਸ਼ੀਐਂਟ ਹੈ ਯਾਨੀ 4 ਇਹ ਹੈਗਾ ਸਾਡਾ a1, y ਦਾ ਜਿਹੜਾ ਕੋਫੀਸ਼ੀਐਂਟ ਹੈ ਉਹ ਹੈ ਸਾਡਾ b1 ਔਰ ਬਿਨਾ xy ਤੋਂ ਜਿਹੜੀ ਰਕਮ ਹੈ ਉਹ ਹੈ ਸਾਡਾ c1। ਫਿਰ ਜੋ ਦੂਸਰੀ ਸਮੀਕਰਨ ਹੈ ਉਹਦੇ ਵਿੱਚ ਜੋ x ਦਾ ਕੋਫੀਸ਼ੀਐਂਟ ਹੈ ਉਹ ਹੈ ਸਾਡਾ a2 ਔਰ y ਦਾ ਕੋਫੀਸ਼ੀਐਂਟ ਹੈ b2 ਔਰ ਬਿਨਾ xy ਤੋਂ ਹੈ ਉਹ ਹੈ c2। ਤਾਂ ਹੁਣ ਅਸੀਂ ਕੀ ਕਰਨਾ, ਇਹਨਾਂ ਤਿੰਨਾਂ ਵਿੱਚੋਂ ਚਾਹੇ ਤਾਂ ਪਹਿਲੀ ਤੇ ਤੀਜੀ ਨੂੰ ਬਰਾਬਰ ਰੱਖ ਕੇ ਸੋਲਵ ਕਰ ਦੇਣਾ ਜਾਂ ਦੂਜੀ ਤੇ ਤੀਜੀ ਨੂੰ ਬਰਾਬਰ ਰੱਖ ਕੇ ਸੋਲਵ ਕਰ ਦੇਣਾ। ਤਾਂ ਦੇਖੋ ਪਹਿਲੀ ਨੂੰ ਆਪਾਂ ਤੀਜੀ ਦੇ ਬਰਾਬਰ ਰੱਖ ਕੇ ਸੋਲਵ ਕਰਦੇ ਹਾਂ ਤਾਂ 4/8 ਬਰਾਬਰ a-2 ਔਰ ਨੀਚੇ ਹੈਗਾ ਆਪਣੇ ਕੋਲੇ ਮਾਈਨਸ ਨਾਲ ਮਾਈਨਸ ਕੱਟ ਦਿਓ, ਇਹਨੂੰ ਇੱਧਰ ਵੀ ਕੱਟ ਦਿਓ ਤਾਂ ਇੱਥੇ ਆਜੂ 1 ਇੱਧਰ ਆਜੂ 2। a ਨੂੰ 1 ਨਾਲ ਮਲਟੀਪਲਾਈ ਕਰਾਂਗੇ, 2 ਨੂੰ ਇਹਨਾਂ ਦੋਨਾਂ ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਹੋ ਜੂ 2a-4। ਤਾਂ ਹੁਣ ਇਸ a ਨੂੰ ਇੱਧਰ ਸ਼ਿਫਟ ਕਰ ਲਓ ਔਰ ਇਸ 4 ਨੂੰ ਇੱਧਰ ਸ਼ਿਫਟ ਕਰ ਲਓ ਜਾਂ ਇਕੱਲੇ 2a ਨੂੰ ਇੱਧਰ ਸ਼ਿਫਟ ਕਰ ਦਿਓ ਤਾਂ ਇਹ ਹੋ ਜੂਗਾ a-2a। ਇਹਨਾਂ ਦੀ ਮਾਈਨਸ ਕਰਾਂਗੇ ਤਾਂ ਮਾਈਨਸ ਦਾ a ਆਜੂ, ਮਾਈਨਸ ਨਾਲ ਮਾਈਨਸ ਕੈਂਸਲ ਕਰ ਦਿਓ, a ਆ ਜੂਗਾ 4। ਇਸ ਦਾ ਮਤਲਬ ਜਿਹੜਾ ਸਾਡਾ ਪਹਿਲਾ ਆਪਸ਼ਨ ਹੈ ਉਹ ਬਿਲਕੁਲ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਜੇਕਰ ਦੋ ਘਾਤੀ ਸਮੀਕਰਨ px ਸਕੁਅਰ ਪਲੱਸ qx ਪਲੱਸ r ਬਰਾਬਰ 0 ਦੇ ਮੂਲ ਬਰਾਬਰ ਹੋਣ ਤਾਂ r ਦਾ ਮੁੱਲ ਹੈ। ਤਾਂ ਦੇਖੋ ਸਾਨੂੰ ਦੋ ਘਾਤੀ ਸਮੀਕਰਨ ਦਿੱਤੀ ਹੋਈ ਆ ਔਰ ਉਹਦੇ ਮੂਲ ਕੀ ਦੇਤੇ, ਸਮਾਨ ਦੇਤੇ, ਆਪਾਂ r ਦੀ ਵੈਲਿਊ ਦੱਸਣੀ ਹੈ ਕੀ ਹੋਊਗੀ। ਤਾਂ ਇਹ ਵੀ ਆਪਾਂ ਆਪਣੀ ਦੋ ਘਾਤੀ ਸਮੀਕਰਨ ਵਾਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਤਾਂ ਦੇਖੋ ਜਦੋਂ ਮੂਲ ਸਮਾਨ ਹੁੰਦੇ ਆ ਤਾਂ ਸਾਡੇ ਕੋਲੇ ਜੋ ਡਿਸਕ੍ਰਿਮੀਨੈਂਟ ਹੁੰਦਾ ਹੈ ਉਹਦੀ ਵੈਲਿਊ 0 ਦੇ ਬਰਾਬਰ ਹੁੰਦੀ ਹੈ। ਹੁਣ ਡਿਸਕ੍ਰਿਮੀਨੈਂਟ ਅਸੀਂ ਕਿਵੇਂ ਸੋਲਵ ਕਰਦੇ ਹਾਂ, b² ਮਾਈਨਸ 4ac ਬਰਾਬਰ 0। ਹੁਣ ਇਹ b ਕੀ ਹੁੰਦਾ ਹੈ, ਜੋ ਸਮੀਕਰਨ ਦਿੱਤੀ ਹੋਈ ਆ ਉਹਦੇ ਵਿੱਚ x ਦਾ ਕੋਫੀਸ਼ੀਐਂਟ, ਤਾਂ x ਦਾ ਕੋਫੀਸ਼ੀਐਂਟ ਇੱਥੇ q ਹੈ ਤਾਂ ਅਸੀਂ ਇਹਦੀ ਵੈਲਿਊ q ਭਰ ਦਾਂਗੇ -4। a ਦੀ ਵੈਲਿਊ x² ਦਾ ਕੋਫੀਸ਼ੀਐਂਟ, ਤਾਂ x² ਦਾ ਕੋਫੀਸ਼ੀਐਂਟ ਸਾਡੇ ਕੋਲੇ ਹੈ p ਔਰ c ਹੁੰਦਾ ਬਿਨਾ x ਵਾਲੀ ਰਕਮ, ਤਾਂ ਇਹ ਹੈ ਸਾਡੇ ਕੋਲੇ r। ਤੇ ਹੋ ਗਿਆ q² ਮਾਈਨਸ 4pr ਬਰਾਬਰ 0। ਇਹਨੂੰ ਇੱਧਰ ਸ਼ਿਫਟ ਕਰ ਦਾਂਗੇ ਤੇ ਹੋ ਜਾਊਗਾ q² ਬਰਾਬਰ 4pr। ਤਾਂ ਹੁਣ ਦੇਖੋ ਆਪਾਂ ਵੈਲਿਊ ਦੱਸਣੀ ਆ r ਦੀ, ਤਾਂ ਜਿਹੜਾ ਇਹ r ਦੇ ਨਾਲ 4p ਹੈ ਇੱਧਰ ਡਿਵਾਈਡ 'ਚ ਲਿਖ ਦਾਂਗੇ ਤੇ ਹੋ ਜਾਊਗਾ q² ਬਟਾ 4p। ਇਸ ਦਾ ਮਤਲਬ ਜਿਹੜਾ ਸਾਡਾ ਇਹ ਥਰਡ ਆਪਸ਼ਨ ਹੈ ਇਹ ਸਹੀ ਹੋਊਗਾ। ਨੈਕਸਟ ਸਟੇਟਮੈਂਟ ਹੈ, ਜੇਕਰ ਕਿਸੇ AP ਦਾ ਚੌਥਾ ਪਦ 14 ਅਤੇ 12ਵਾਂ ਪਦ 70 ਹੈ ਤਾਂ ਇਸ ਦਾ ਪਹਿਲਾ ਪਦ ਹੈ। ਤਾਂ ਦੇਖੋ ਸਾਨੂੰ ਜਿਹੜੀ ਚੌਥੀ ਰਕਮ ਹੈ ਕਿਸੇ AP ਦੀ ਉਹ ਦਿੱਤੀ ਹੋਈ ਹੈ 14 ਔਰ 12ਵੀਂ ਰਕਮ ਹੈ ਉਹ ਦਿੱਤੀ ਹੋਈ ਹੈ 70। ਤਾਂ ਆਪਾਂ ਦੱਸਣਾ ਇਹਦੀ ਜਿਹੜੀ ਪਹਿਲੀ ਰਕਮ ਹੈ ਉਹ ਕੀ ਹੋਊਗੀ। ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਜਰਨਲ ਫਾਰਮੂਲਾ ਲਿਖਦੇ ਹਾਂ, ਇਹ ਹੁੰਦਾ ਹੈ an ਬਰਾਬਰ a ਪਲੱਸ n ਮਾਈਨਸ 1 ਇੰਟੂ d। ਤਾਂ ਦੇਖੋ ਆਪਾਂ ਨੂੰ ਚੌਥੀ ਰਕਮ ਕਿਹਾ ਹੋਇਆ ਤਾਂ ਆਪਾਂ ਕੀ ਕਰਾਂਗੇ, n ਦੀ ਵੈਲਿਊ ਇਹਦੇ ਵਿੱਚ 4 ਭਰ ਦਾਂਗੇ ਤੇ ਹੋ ਜਾਊਗਾ a ਪਲੱਸ 4 ਮਾਈਨਸ 1 ਨਾਲ d ਤੇ ਹੋ ਜਾਊਗਾ a ਪਲੱਸ 3d। ਤਾਂ ਆਪਾਂ ਯਾਦ ਵੀ ਰੱਖ ਸਕਦੇ ਹਾਂ ਕਿ ਜੇ ਅਸੀਂ ਚੌਥੀ ਰਕਮ ਲੱਭਣੀ ਹੈ ਤਾਂ d ਦੇ ਨਾਲ ਇਸ ਤੋਂ ਇੱਕ ਘੱਟ ਆਊਗਾ। ਇਸ ਦਾ ਮਤਲਬ ਕੀ ਹੋਇਆ, ਜੋ a ਪਲੱਸ 3d ਹੈ ਇਹ ਸਾਨੂੰ ਦਿੱਤਾ ਹੋਇਆ 14, ਇਹਨੂੰ ਮੰਨ ਲਿਓ 1 ਨੰਬਰ ਇਕੁਏਸ਼ਨ। ਇਸੇ ਤਰ੍ਹਾਂ ਹੁਣ ਸਾਡੇ ਕੋਲੇ 12ਵੀਂ ਰਕਮ ਦਿੱਤੀ ਹੋਈ ਹੈ ਤਾਂ ਇਹ ਸਾਡੇ ਕੋਲੇ ਕੀ ਹੋ ਜਾਊਗਾ, a ਪਲੱਸ 12 ਤੋਂ ਇੱਕ ਘੱਟ ਨਾਲ d। ਫਿਰ ਅਸੀਂ ਇਹਨਾਂ ਦੋਨੋਂ ਸਮੀਕਰਨਾਂ ਦੀ ਮਾਈਨਸ ਕਰ ਦੇਣੀ ਹੈ ਤਾਂ ਨਿਸ਼ਾਨ ਇਹਨਾਂ ਦੇ ਚੇਂਜ ਹੋ ਜਾਂਦੇ ਆ, ਇਹ ਨਿਸ਼ਾਨ ਖਤਮ ਹੋ ਜਾਊਗਾ, a ਨਾਲ a ਕੈਂਸਲ ਹੋ ਜੂ। 3 ਦੇ ਵਿੱਚੋਂ 11 ਘਟਾਵਾਂਗੇ ਤਾਂ ਮਾਈਨਸ ਦਾ 8d ਔਰ 14 ਚੋਂ ਜਦੋਂ ਅਸੀਂ 70 ਘਟਾਵਾਂਗੇ ਤਾਂ ਇਹ ਆ ਜਾਊਗਾ ਮਾਈਨਸ ਦਾ 56। ਤਾਂ d ਦੀ ਵੈਲਿਊ ਸਾਡੇ ਕੋਲੇ ਕਿੰਨੀ ਆ ਜੂਗੀ, -56 ਬਟਾ -8। ਇਹਨਾਂ ਨੂੰ ਕੈਂਸਲ ਕਰਾਂਗੇ ਤਾਂ 7 ਆ ਜੂ, d ਆ ਗਿਆ ਸਾਡੇ ਕੋਲੇ 7। ਤਾਂ ਹੁਣ ਆਪਾਂ ਵੈਲਿਊ ਦੱਸਣੀ ਸੀਗੀ a ਦੀ, ਮਤਲਬ ਪਹਿਲੀ ਰਕਮ ਦੀ। ਤਾਂ d ਦੀ ਵੈਲਿਊ 7 ਸਮੀਕਰਨ 1 'ਚ ਭਰ ਦਿਓ ਚਾਹੇ 2 'ਚ ਭਰ ਦਿਓ। ਤਾਂ ਦੇਖੋ ਮੈਂ 1 'ਚ ਭਰਨ ਲੱਗਿਆ, d ਦੀ ਜਗ੍ਹਾ ਤੇ 7 ਲਿਖਤਾ
ਤਾਂ ਇਹ ਹੋ ਜਾਊਗਾ 3 7 21। ਤਾਂ ਜਿਹੜਾ ਪਲੱਸ ਦਾ 21 ਹੈ ਇੱਧਰ ਆ ਕੇ ਹੋ ਜਾਊਗਾ ਮਾਈਨਸ ਦਾ 21। ਤਾਂ ਇਹਨਾਂ ਦੀ ਮਾਈਨਸ ਕਰਾਂਗੇ ਤਾਂ ਇਹ ਆ ਜਾਊਗਾ 7 ਮਾਈਨਸ ਦਾ। ਇਸ ਦਾ ਮਤਲਬ ਜਿਹੜਾ ਸੈਕਿੰਡ ਆਪਸ਼ਨ ਹੈ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਇੱਕ ਪੌੜੀ ਇਸ ਤਰ੍ਹਾਂ ਖੜੀ ਕੀਤੀ ਗਈ ਹੈ ਕਿ ਇਸ ਦੇ ਪੈਰ ਦੀਵਾਰ ਤੋਂ 15 ਮੀਟਰ ਦੂਰ ਹਨ ਅਤੇ ਇਸ ਦਾ ਸਿਖਰ ਜ਼ਮੀਨ ਤੋਂ 20 ਮੀਟਰ ਉੱਚੀ ਖਿੜਕੀ ਤੱਕ ਪਹੁੰਚਦਾ ਹੈ। ਪੌੜੀ ਦੀ ਲੰਬਾਈ ਹੈ। ਤਾਂ ਦੇਖੋ ਆਪਾਂ ਮੰਨ ਲੈਂਦੇ ਹਾਂ ਵੀ ਆਹ ਸਾਡੀ ਹੈ ਦੀਵਾਰ, ਔਰ ਦੇਖੋ ਅਸੀਂ ਦੀਵਾਰ ਦੇ ਨਾਲ ਜੋ ਪੌੜੀ ਹੈ ਉਹ ਇਸ ਤਰ੍ਹਾਂ ਟੇਢੀ ਲਗਾਉਂਦੇ ਹਾਂ। ਤਾਂ ਆਹ ਹੋ ਗਏ ਪੌੜੀ ਦੇ ਪੈਰ, ਆਹ ਹੋ ਗਿਆ ਪੌੜੀ ਦਾ ਸਿਖਰ। ਤਾਂ ਪੌੜੀ ਦੇ ਜਿਹੜੇ ਪੈਰ ਹੈ ਉਹ ਇਸ ਦੀਵਾਰ ਤੋਂ ਕਿੰਨੀ ਦੂਰੀ ਤੇ ਹੈ, ਉਹ ਦਿੱਤਾ ਹੋਇਆ ਉਹਨਾਂ ਨੇ 15 ਮੀਟਰ। ਔਰ ਪੌੜੀ ਦਾ ਸਿਖਰ ਕਿੰਨੇ ਮੀਟਰ ਉੱਚੀ ਖਿੜਕੀ ਤੱਕ ਪਹੁੰਚਦਾ, 20 ਮੀਟਰ। ਮਤਲਬ ਜਿਹੜੀ ਆਹ ਉਚਾਈ ਹੈ ਉਹ ਸਾਡੇ ਕੋਲੇ ਹੈ 20 ਮੀਟਰ। ਔਰ ਆਪਾਂ ਇਸ ਪੌੜੀ ਦੀ ਲੰਬਾਈ ਦੱਸਣੀ ਹੈ ਕਿੰਨੀ ਹੈ। ਤਾਂ ਦੇਖੋ ਇਹ ਸਾਡੇ ਕੋਲੇ ਬਣ ਚੁੱਕੀ ਹੈ ਇੱਕ ਸਮਕੋਣ ਤਿਕੋਣ। ਤਾਂ ਸਮਕੋਣ ਤਿਕੋਣ ਦੇ ਉੱਪਰ ਸਾਡੀ ਪਾਇਥਾਗੋਰਸ ਥਿਊਰਮ ਹੈ ਜੋ ਉਹ ਲੱਗਦੀ ਹੈ। ਤਾਂ ਪਾਇਥਾਗੋਰਸ ਥਿਊਰਮ ਕੀ ਹੁੰਦੀ ਹੈ, ਇਹਦੇ ਵਿੱਚ ਕਰਨ ਦਾ ਸਕੁਅਰ ਬਰਾਬਰ ਹੁੰਦਾ ਹੈ ਆਧਾਰ ਦਾ ਸਕੁਅਰ ਪਲੱਸ ਲੰਬ ਦਾ ਸਕੁਅਰ। ਤਾਂ ਹੁਣ ਇਹ ਜੋ ਹੈ ਇਹ ਹੁੰਦਾ ਸਾਡਾ ਲੰਬ, ਇਹ ਹੁੰਦਾ ਸਾਡਾ ਆਧਾਰ, ਔਰ ਇਹ ਹੁੰਦਾ ਸਾਡਾ ਕਰਨ। ਤਾਂ ਕਰਨ ਨੂੰ ਅਸੀਂ ਮਤਲਬ ਕੱਕਾ ਲਿਖਤਾ। ਤਾਂ ਆਧਾਰ ਦੀ ਵੈਲਿਊ ਹੈ ਸਾਡੇ ਕੋਲੇ 15 ਔਰ ਲੰਬ ਦੀ ਵੈਲਿਊ ਹੈ ਸਾਡੇ ਕੋਲੇ 20। ਤਾਂ 15 ਦਾ ਸਕੁਅਰ ਕਰਾਂਗੇ ਇਹ ਆ ਜਾਊਗਾ 225 ਔਰ 20 ਦਾ ਸਕੁਅਰ ਕਰਾਂਗੇ ਤਾਂ 400, ਪਲੱਸ ਕਰਾਂਗੇ ਤਾਂ ਇਹ ਹੋ ਜਾਊਗਾ 625। ਤਾਂ 625 ਆ ਗਿਆ ਸਾਡੇ ਕੋਲੇ ਕਰਨ ਦਾ ਸਕੁਅਰ। ਤਾਂ ਹੁਣ ਅਸੀਂ ਕਰਨ ਦੀ ਵੈਲਿਊ ਲੱਭਣ ਦੇ ਲਈ ਕੀ ਕਰਾਂਗੇ, ਇਹਦਾ ਰੂਟ ਕਰ ਦਾਂਗੇ। ਤਾਂ 625 ਦਾ ਜਿਹੜਾ ਰੂਟ ਹੈ ਉਹ ਹੁੰਦਾ 25। ਇਸ ਦਾ ਮਤਲਬ ਜਿਹੜਾ ਕਰਨ ਹੈ ਯਾਨੀ ਜੋ ਇਹ ਪੌੜੀ ਹੈ ਇਹਦੀ ਲੰਬਾਈ ਕਿੰਨੀ ਆ ਜਾਊਗੀ, 25 ਮੀਟਰ। ਯਾਨੀ ਸਾਡਾ ਜੋ ਡੀ ਆਪਸ਼ਨ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਇੱਕ 10 ਸੈਂਟੀਮੀਟਰ ਅਰਧ ਵਿਆਸ ਵਾਲੇ ਚੱਕਰ ਵਿੱਚ ਇੱਕ ਡੋਰੀ ਕੇਂਦਰ ਬਿੰਦੂ ਤੋਂ 6 ਸੈਂਟੀਮੀਟਰ ਦੂਰੀ ਤੇ ਹੈ। ਡੋਰੀ ਦੀ ਲੰਬਾਈ ਹੈ। ਤਾਂ ਆਪਾਂ ਇੰਗਲਿਸ਼ ਮੀਡੀਅਮ ਦੀ ਜੋ ਸਟੇਟਮੈਂਟ ਆ ਉਹ ਦੇਖਦੇ ਹਾਂ। ਤਾਂ ਇੰਗਲਿਸ਼ ਮੀਡੀਅਮ ਦੀ ਸਟੇਟਮੈਂਟ ਸੀ ਸਾਡੇ ਕੋਲੇ ਇਨ ਏ ਸਰਕਲ ਆਫ ਰੇਡੀਅਸ 10 ਸੈਂਟੀਮੀਟਰ। ਤਾਂ ਅਸੀਂ ਦੇਖੋ ਪਹਿਲਾਂ ਤਾਂ ਇੱਕ ਚੱਕਰ ਬਣਾ ਲੈਣਾ, ਔਰ ਜਿਹੜਾ ਇਹਦਾ ਰੇਡੀਅਸ ਆ ਮਤਲਬ ਚਾਹੇ ਅਸੀਂ ਇੱਧਰ ਇਹਨੂੰ ਟੱਚ ਕਰਵਾ ਦਈਏ ਚਾਹੇ ਇੱਧਰ, ਉਹ ਸਾਡੇ ਕੋਲੇ ਵੈਲਿਊ ਹੈ 10। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੋਇਆ ਸੀ ਏ ਕੋਡ ਇਜ਼ ਐਟ ਡਿਸਟੈਂਸ ਆਫ 6 ਸੈਂਟੀਮੀਟਰ ਫਰੋਮ ਦਾ ਰੇਡੀਅਸ। ਤਾਂ ਇੱਕ ਇਹਦੀ ਜੀਵ ਹੈ ਜਿਹੜੀ ਕੀ ਹੈ ਇਸ ਕੇਂਦਰ ਤੋਂ 6 ਸੈਂਟੀਮੀਟਰ ਦੂਰੀ ਤੇ ਹੈ। ਤਾਂ ਆਪਾਂ ਮੰਨ ਲਿਆ 6 ਸੈਂਟੀਮੀਟਰ ਔਰ ਇਹ ਹੋ ਗਈ ਸਾਡੇ ਕੋਲੇ ਚੱਕਰ ਦੀ ਜੀਵਾ। ਤਾਂ ਇਹ ਜਿਹੜਾ ਅਰਧ ਵਿਆਸ ਹੈ ਇਹ ਸਾਨੂੰ ਦਿੱਤਾ ਹੋਇਆ 10 ਸੈਂਟੀਮੀਟਰ। ਤਾਂ ਹੁਣ ਅੱਗੇ ਉਹਨਾਂ ਨੇ ਕੀ ਕਿਹਾ ਹੋਇਆ ਸੀ, ਜਿਹੜੀ ਇਹ ਕੋਡ ਹੈ ਇਹਦੀ ਲੈਂਥ ਦੱਸਣੀ ਸੀ ਅਸੀਂ ਕਿੰਨੀ ਹੈ। ਤਾਂ ਅਸੀਂ ਇਹਨੂੰ ਮੰਨ ਲੈਂਦੇ ਹਾਂ O, ਇਹਨੂੰ ਮੰਨ ਲਿਓ M, ਇਹਨੂੰ B ਤੇ ਇਹਨੂੰ A। ਤਾਂ ਦੇਖੋ ਇਹ ਸਾਡੇ ਕੋਲੇ ਕੀ ਹੈ ਇੱਕ ਸਮਕੋਣ ਤਿਕੋਣ ਬਣ ਗਈ ਹੈ। ਤਾਂ ਇਹਦੇ ਉੱਪਰ ਫਿਰ ਅਸੀਂ ਪਾਇਥਾਗੋਰਸ ਥਿਊਰਮ ਹੈ ਜਿਹੜੀ ਉਹ ਅਪਲਾਈ ਕਰਾਂਗੇ। ਤਾਂ ਪਾਇਥਾਗੋਰਸ ਥਿਊਰਮ ਕੀ ਹੈ, ਕਰਨ ਦਾ ਸਕੁਅਰ ਯਾਨੀ AO ਦਾ ਸਕੁਅਰ ਬਰਾਬਰ ਆਧਾਰ ਦਾ ਸਕੁਅਰ ਯਾਨੀ AM ਦਾ ਸਕੁਅਰ ਪਲੱਸ ਲੰਬ ਦਾ ਸਕੁਅਰ ਯਾਨੀ OM ਦਾ ਸਕੁਅਰ। ਤਾਂ AO ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ 10, AM ਅਸੀਂ ਪਤਾ ਕਰਨਾ ਉਹਨੂੰ ਉਸੇ ਤਰ੍ਹਾਂ ਲਿਖ ਲਾਂਗੇ, ਔਰ OM ਸਾਨੂੰ ਦਿੱਤਾ ਹੋਇਆ 6। ਤਾਂ 10 ਦਾ ਸਕੁਅਰ ਕਰਾਂਗੇ 100, AM ਅਸੀਂ ਉਸੇ ਤਰ੍ਹਾਂ ਲਿਖਤਾ ਔਰ 6 ਦਾ ਸਕੁਅਰ ਕਰਾਂਗੇ 36। ਤਾਂ ਪਲੱਸ ਦਾ 36 ਉੱਧਰ ਜਾ ਕੇ ਮਾਈਨਸ ਦਾ ਹੋ ਜਾਊਗਾ। ਤਾਂ 100 ਦੇ ਵਿੱਚੋਂ ਜਦੋਂ ਅਸੀਂ 36 ਘਟਾਵਾਂਗੇ ਤਾਂ ਉਹ ਆ ਜਾਊਗਾ 64। ਤਾਂ ਫਿਰ 64 ਦਾ ਜਦੋਂ ਅਸੀਂ ਰੂਟ ਕਰ ਦਾਂਗੇ ਤਾਂ ਉਹ ਵੈਲਿਊ ਆ ਜੂ ਸਾਡੀ AM ਦੀ, ਔਰ 64 ਦਾ ਸਕੁਅਰ ਰੂਟ ਹੁੰਦਾ ਸਾਡੇ ਕੋਲੇ 8। ਤਾਂ ਦੇਖੋ ਜਿਹੜਾ ਇਹ A ਤੋਂ M ਤੱਕ ਦੀ ਵੈਲਿਊ ਹੈ ਉਹ ਸਾਡੇ ਕੋਲੇ 8 ਹੈ। ਐਸੇ ਤਰ੍ਹਾਂ ਦੇਖੋ ਜੇ ਅਸੀਂ ਆਹ ਸੋਲਵ ਕਰਾਂਗੇ ਤਾਂ ਇੱਧਰ ਵੀ ਸਾਡੇ ਕੋਲੇ ਆਹ 10 ਹੀ ਹੋਊਗਾ ਕਿਉਂਕਿ ਰੇਡੀਅਸ ਹੈ। ਫਿਰ ਇਹ 'ਤੇ ਪਾਇਥਾਗੋਰਸ ਥਿਊਰਮ ਲਗਾਵਾਂਗੇ ਤਾਂ BM ਵੀ ਸਾਡੇ ਕੋਲੇ ਕਿੰਨਾ ਆ ਜਾਊਗਾ 8। ਤਾਂ ਇਸ ਕਰਕੇ ਸਾਡੀ ਜਿਹੜੀ ਕੋਡ ਹੈ AB ਉਹਦੀ ਵੈਲਿਊ ਕੀ ਹੋ ਜੂਗੀ, ਚਾਹੇ ਤਾਂ ਤੁਸੀਂ ਇਹਨੂੰ ਸੋਲਵ ਕਰਕੇ ਲਿਖ ਸਕਦੇ ਹੋ ਜਾਂ ਸਿੱਧਾ ਲਿਖ ਦਿਓ 2 ਗੁਣਾ ਜਿੰਨੀ ਇਹਦੀ ਵੈਲਿਊ ਹੈ, ਤਾਂ ਇਹ ਹੋ ਜਾਊਗਾ 16। ਇਸ ਦਾ ਮਤਲਬ ਸਾਡਾ ਜਿਹੜਾ D ਆਪਸ਼ਨ ਆ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ,
y ਧੁਰੇ ਤੇ x ਧੁਰੇ ਤੋਂ 5 ਯੂਨਿਟ ਦੀ ਤੇ ਹੇਠਾਂ ਬਣਿਆ ਬਿੰਦੂ P ਹੈ। P ਦੇ ਨਿਰਦੇਸ਼ਾਂਕ ਹਨ। ਤਾਂ ਦੇਖੋ ਅਸੀਂ ਇਹ ਆਪਣਾ ਨਿਰਦੇਸ਼ਾਂਕ ਵਾਲੀ ਵੀਡੀਓ ਆ ਉਹਦੇ ਵਿੱਚ ਸਵਾਲ ਕੀਤੇ ਹੋਏ ਆ, ਪਰ ਫਿਰ ਵੀ ਆਪਾਂ ਇਹਨੂੰ ਸਮਝਦੇ ਹਾਂ। ਤਾਂ ਦੇਖੋ ਇਹ ਹੁੰਦਾ ਸਾਡਾ y ਧੁਰਾ, ਇੱਧਰਲੇ ਪਾਸੇ ਮਾਈਨਸ ਵਾਲੀ ਵੈਲਿਊਜ਼, ਇਹ ਹੁੰਦਾ ਸਾਡਾ x ਧੁਰਾ, ਇੱਧਰ ਮਾਈਨਸ ਵਾਲੀਆਂ ਵੈਲਿਊਜ਼। ਤਾਂ ਹੁਣ ਸਾਡੇ ਕੋਲੇ ਗੱਲ ਕੀਤੀ ਗਈ ਆ y ਧੁਰੇ ਦੀ, ਔਰ ਆਪਾਂ ਆਪਣੀ ਨਿਰਦੇਸ਼ਾਂਕ ਵਾਲੀ ਵੀਡੀਓ ਦੇ ਵਿੱਚ ਸਿੱਖਿਆ ਸੀਗਾ ਕਿ ਜਦੋਂ y ਧੁਰੇ ਦੀ ਗੱਲ ਹੁੰਦੀ ਹੈ ਤਾਂ y ਧੁਰੇ ਦੇ ਉੱਪਰ ਮਤਲਬ ਇਸ ਲਾਈਨ ਦੇ ਉੱਪਰ x ਦੀ ਹਰੇਕ ਵੈਲਿਊ 0 ਹੁੰਦੀ ਹੈ। ਤਾਂ ਜਿਹੜਾ ਪੁਆਇੰਟ ਆ y ਧੁਰੇ ਦੇ ਉੱਪਰ ਉਹ ਹੁੰਦਾ 0, y ਫਾਰਮ 'ਚ। ਔਰ ਜੇ ਅਸੀਂ x ਧੁਰੇ ਦੀ ਗੱਲ ਕਰੀਏ ਤਾਂ ਇਸ ਲਾਈਨ ਦੇ ਉੱਪਰ y ਦੀ ਹਰੇਕ ਵੈਲਿਊ 0 ਹੁੰਦੀ ਹੈ, ਇਸ ਕਰਕੇ x ਧੁਰੇ ਦੇ ਉੱਪਰ ਪੁਆਇੰਟ ਹੁੰਦਾ x, 0 ਫਾਰਮ 'ਚ। ਤਾਂ ਹੁਣ ਦੇਖੋ ਸਾਨੂੰ y ਧੁਰੇ ਦੀ ਗੱਲ ਕਹੀ ਹੋਈ ਹੈ, ਤਾਂ ਦੇਖੋ ਇੱਥੇ ਸਾਡੇ ਕੋਲੇ x ਦੀ ਵੈਲਿਊ ਦਿੱਤੀ ਹੈ ਔਰ ਇੱਥੇ ਵੀ x ਦੀ ਵੈਲਿਊ ਦਿੱਤੀ ਹੈ। ਇਸ ਦਾ ਮਤਲਬ ਇਹ ਦੋਨੋਂ ਆਨਸਰ ਤਾਂ ਸਾਡੇ ਨਹੀਂ ਹੋ ਸਕਦੇ। ਹੁਣ ਦੇਖੋ ਇੱਥੇ ਦੋਨਾਂ ਵਿੱਚ ਪਹਿਲੀ ਵੈਲਿਊ 0 ਹੈ, ਤਾਂ ਇਸ ਦਾ ਮਤਲਬ ਆ ਵੀ ਆਨਸਰ ਹੋ ਸਕਦਾ, ਆ ਵੀ ਹੋ ਸਕਦਾ। ਪਰ ਉਹਨਾਂ ਨੇ ਕੀ ਕਿਹਾ ਹੋਇਆ, x ਧੁਰੇ ਦੇ ਹੇਠਾਂ ਬਣਿਆ ਹੋਇਆ, ਤਾਂ ਇਹਦਾ ਮਤਲਬ ਨੀਚੇ ਵਾਲੇ ਪਾਸੇ ਉਹ ਵੈਲਿਊ ਬਣੀ ਹੋਈ ਹੈ, ਔਰ ਨੀਚੇ ਵਾਲੇ ਪਾਸੇ ਜੋ y ਦੀਆਂ ਵੈਲਿਊਜ਼ ਹੁੰਦੀਆਂ ਉਹ ਮਾਈਨਸ ਦੀਆਂ ਹੁੰਦੀਆਂ। ਤਾਂ ਦੇਖੋ ਇਹ ਵੈਲਿਊ ਸਾਡੇ ਕੋਲੇ ਪੋਜ਼ਿਟਿਵ ਹੈ ਔਰ ਇਹ ਵੈਲਿਊ ਨੈਗੇਟਿਵ ਹੈ, ਇਸ ਕਰਕੇ ਸਾਡਾ ਜਿਹੜਾ ਡੀ ਆਪਸ਼ਨ ਆ ਉਹ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਇੱਕ 12 ਮੀਟਰ ਉੱਚਾ ਖੰਭਾ x ਮੀਟਰ ਲੰਬਾ ਪਰਛਾਵਾਂ ਬਣਾਉਂਦਾ ਹੈ ਜਦੋਂ ਸੂਰਜ ਦੀ ਕੋਣ ਉਚਾਈ ਥੀਟਾ ਇਸ ਤਰ੍ਹਾਂ ਹੈ ਕਿ tan ਥੀਟਾ ਬਰਾਬਰ 3/4, ਤਾਂ ਪਰਛਾਵੇਂ ਦੀ ਲੰਬਾਈ ਦੱਸੋ। ਤਾਂ ਦੇਖੋ ਅਸੀਂ ਮੰਨ ਲੈਂਦੇ ਹਾਂ ਵੀ ਇਹ ਹੈਗਾ ਸਾਡਾ ਖੰਭਾ ਜਿਹਦੀ ਉਚਾਈ ਕਿੰਨੀ ਹੈ 12 ਮੀਟਰ, ਔਰ ਇਸ ਖੰਭੇ ਦਾ ਪਰਛਾਵਾਂ, ਦੇਖੋ ਪਰਛਾਵਾਂ ਅਸੀਂ ਇੱਧਰਲੇ ਪਾਸੇ ਵੀ ਬਣਾ ਸਕਦੇ ਹਾਂ ਜਾਂ ਇੱਧਰਲੇ ਪਾਸੇ ਵੀ ਬਣਾ ਸਕਦੇ ਹਾਂ। ਤਾਂ ਅਸੀਂ ਮੰਨ ਲਓ ਆਹ ਪਰਛਾਵਾਂ ਬਣਾਤਾ, ਔਰ ਇਸ ਪਰਛਾਵੇਂ ਦੀ ਵੈਲਿਊ ਸਾਨੂੰ ਕਿੰਨੀ ਦਿੱਤੀ ਹੋਈ ਹੈ ਉਹਨਾਂ ਨੇ, x ਮੀਟਰ, ਔਰ ਇਹਦੇ ਨਾਲ ਜਿਹੜਾ ਕੋਣ ਬਣਾਉਂਦਾ ਹੈ ਉਹ ਸਾਡੇ ਕੋਲੇ ਹੈਗਾ ਥੀਟਾ, ਔਰ ਆਪਾਂ ਵੈਲਿਊ ਦੱਸਣੀ ਹੈ ਵੀ ਜਿਹੜਾ ਪਰਛਾਵਾਂ ਹੈ ਯਾਨੀ x ਦੀ ਵੈਲਿਊ ਕਿੰਨੀ ਹੋਊਗੀ। ਤਾਂ ਦੇਖੋ ਸਾਨੂੰ ਦਿੱਤੀ ਹੋਈ ਹੈ tan ਥੀਟਾ ਦੀ ਵੈਲਿਊ 3/4। ਤਾਂ tan ਥੀਟਾ ਕੀ ਹੁੰਦਾ, ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ, S ਦਾ ਮਤਲਬ ਸਾਈਨ, C ਦਾ ਮਤਲਬ ਕਾਸ, T ਦਾ ਮਤਲਬ ਟੈਨ। ਲੈ ਲਓ ਅੰਬ, ਲੈ ਲਓ ਕਿਲੋ ਅੰਬ, ਯਾਨੀ ਜਿਹੜਾ ਸਾਈਨ ਹੈ ਉਹ ਹੁੰਦਾ ਲੰਬ ਬਟਾ ਕਰਨ ਦੇ ਬਰਾਬਰ, ਜਿਹੜਾ ਕੋਸ ਹੈ ਉਹ ਹੁੰਦਾ ਆਧਾਰ ਬਟਾ ਕਰਨ ਦੇ ਬਰਾਬਰ, ਔਰ ਟੈਨ ਹੁੰਦਾ ਲੰਬ ਬਟਾ ਆਧਾਰ ਦੇ। ਔਰ ਇਸੇ ਤਰ੍ਹਾਂ ਜੇ ਅਸੀਂ ਇਹਨੂੰ ਇਸ ਤਰ੍ਹਾਂ ਪੜ੍ਹੀਏ ਕਰਨ ਬਟਾ ਲੰਬ, ਤਾਂ ਸਾਈਨ ਦਾ ਜੋ ਉਲਟਾ ਹੁੰਦਾ ਉਹ ਹੁੰਦਾ ਕੋਸੀਕੈਂਟ, ਕਰਨ ਬਟਾ ਆਧਾਰ ਕੋਸ ਦਾ ਉਲਟਾ ਹੁੰਦਾ ਸੀਕੈਂਟ, ਔਰ ਟੈਨ ਦਾ ਉਲਟਾ ਹੁੰਦਾ ਕੋਟ। ਤਾਂ ਹੁਣ ਆਪਣੇ ਕੋਲੇ ਵੈਲਿਊ ਹੈ tan ਥੀਟਾ 3/4, ਤਾਂ ਆਪਾਂ ਲਿਖ ਲੈਂਦੇ ਹਾਂ tan ਥੀਟਾ ਸਾਨੂੰ ਕੀ ਦਿੱਤਾ ਹੋਇਆ 3/4। ਤਾਂ tan ਦੀ ਵੈਲਿਊ ਸਾਡੇ ਕੋਲੇ ਕਿਹਦੇ ਬਰਾਬਰ ਹੈ, ਲੰਬ ਬਟਾ ਆਧਾਰ, ਤਾਂ ਲੰਬ ਦੀ ਵੈਲਿਊ ਹੈ ਸਾਡੇ ਕੋਲੇ 12 ਔਰ ਆਧਾਰ ਦੀ ਵੈਲਿਊ ਹੈ x, ਇੱਧਰ ਅਸੀਂ ਲਿਖਤਾ 3/4। ਇਸ ਤਰ੍ਹਾਂ ਕ੍ਰੋਸ ਕਰ ਦਿਓ ਤਾਂ ਇਹ ਹੋ ਜਾਊਗਾ 12 ਚੌਕੇ 48, 3x, ਤਾਂ x ਦੀ ਵੈਲਿਊ ਸਾਡੇ ਕੋਲੇ ਆ ਜਾਊਗੀ 48/3। 48 ਨੂੰ 3 ਤੇ ਭਾਗ ਕਰਾਂਗੇ ਤਾਂ ਇਹ ਆ ਜਾਊਗਾ 16। ਰਕਮ ਮੀਟਰ 'ਚ ਤਾਂ ਮੀਟਰ, ਯਾਨੀ ਜਿਹੜਾ ਪਰਛਾਵਾਂ ਹੈ ਉਹਦੀ ਲੰਬਾਈ ਹੋਗੀ 16 ਮੀਟਰ, ਯਾਨੀ ਸਾਡਾ C ਆਪਸ਼ਨ ਹੈ ਜੋ ਬਿਲਕੁਲ ਠੀਕ ਹੋਊਗਾ। ਨੈਕਸਟ ਸਟੇਟਮੈਂਟ ਹੈ, ਜੇਕਰ ਤਿਕੋਣ ABC ਵਿੱਚ ਡਬਲ ਕੋਣ A ਬਰਾਬਰ ਟ੍ਰਿਪਲ ਕੋਣ B ਬਰਾਬਰ 6 ਕੋਣ C ਹੈ, ਤਾਂ ਆਪਾਂ B ਦਾ ਮਾਪ ਹੈ ਜਿਹੜਾ ਉਹ ਦੱਸਣਾ ਕਿੰਨਾ ਹੋਊਗਾ। ਤਾਂ ਦੇਖੋ ਇਸ ਸਵਾਲ ਨੂੰ ਆਪਾਂ ਬਾਈ ਆਪਸ਼ਨ ਕਰਦੇ ਹਾਂ। ਆਪਾਂ ਨੂੰ ਪਤਾ ਹੈ ਵੀ ਜੋ ਤਿਕੋਣ ਹੈ ਉਹਦੇ ਤਿੰਨੇ ਕੋਣਾਂ ਦਾ ਜੋੜ ਹੈ ਜਿਹੜਾ ਉਹ ਹੁੰਦਾ ਹੈਗਾ 180 ਡਿਗਰੀ। ਤਾਂ ਆਪਾਂ ਪਹਿਲੀ ਆਪਸ਼ਨ ਦੇ ਅਕੋਰਡਿੰਗ ਸੋਲਵ ਕਰਨਾ ਸ਼ੁਰੂ ਕਰਦੇ ਹਾਂ। ਦੇਖੋ ਜੇ ਮੈਂ ਮੰਨ ਲਵਾਂ ਵੀ B ਦੀ ਵੈਲਿਊ ਹੈ ਜੋ 30 ਡਿਗਰੀ ਹੈ, ਤਾਂ ਇੱਥੇ ਆਪਾਂ ਭਰਾਂਗੇ, ਤਾਂ ਦੇਖੋ ਇਹ ਹੋ ਜਾਊਗਾ ਸਾਡੇ ਕੋਲੇ 2 ਕੋਣ A ਬਰਾਬਰ B ਦੀ ਵੈਲਿਊ ਭਰਤੀ ਮੈਂ 30 ਡਿਗਰੀ, ਤਾਂ ਇਹ ਹੋ ਜਾਊਗਾ ਮੇਰੇ ਕੋਲੇ 90 ਡਿਗਰੀ। ਤਾਂ A ਦੀ ਵੈਲਿਊ ਹੈ ਜਿਹੜੀ ਮੇਰੇ ਕੋਲੇ ਉਹ ਕਿੰਨੀ ਆ ਜਾਊਗੀ 90/2 ਯਾਨੀ 45। ਇਸੇ ਤਰ੍ਹਾਂ ਇੱਧਰਲੇ ਪਾਸੇ ਸਾਡੇ ਕੋਲੇ ਸੀਗਾ 6 ਕੋਣ ਸੀ, ਤਾਂ ਇੱਧਰਲੇ ਪਾਸੇ ਜਦੋਂ ਅਸੀਂ ਲਿਖਾਂਗੇ 6 ਕੋਣ ਸੀ ਤਾਂ ਇਹ ਹੋ ਗਿਆ 90 ਬਰਾਬਰ 6 ਕੋਣ ਸੀ। ਤਾਂ ਇੱਥੋਂ ਸਾਡੇ ਕੋਲੇ ਕੋਣ ਸੀ ਦੀ ਵੈਲਿਊ ਕਿੰਨੀ ਆ ਜਾਊਗੀ 90/6 ਯਾਨੀ 15। ਤਾਂ ਹੁਣ ਜੇ ਅਸੀਂ A B ਤੇ C ਦਾ ਜੋੜ ਕਰਕੇ ਦੇਖੀਏ ਵੀ ਕੀ ਇਹ 180 ਬਣਦਾ, ਤਾਂ ਦੇਖੋ A ਹੋ ਗਿਆ 45 ਔਰ C ਹੋ ਗਿਆ 15। 45 'ਚ 15 ਜੋੜਾਂਗੇ ਤਾਂ ਇਹ ਹੋ ਜਾਊਗਾ 60, ਔਰ B ਅਸੀਂ ਮੰਨਿਆ 30,
ਤਾਂ 60 ਤੇ 30 ਹੋਏ 90। ਇਸ ਦਾ ਮਤਲਬ ਜਿਹੜਾ ਸਾਡਾ ਇਹ ਪਹਿਲਾ ਆਪਸ਼ਨ ਹੈ ਇਹ ਨਹੀਂ ਹੋ ਸਕਦਾ। ਹੁਣ ਅਸੀਂ ਸੈਕੰਡ ਆਪਸ਼ਨ ਟਰਾਈ ਕਰਾਂਗੇ। ਤਾਂ ਹੁਣ ਆਪਾਂ b ਦੀ ਵੈਲਿਊ 90 ਮੰਨ ਕੇ ਦੇਖਦੇ ਹਾਂ, ਤੇ ਹੋ ਜਾਊਗਾ 2 ਕੋਣ a 3 b ਦੀ ਵੈਲਿਊ 90, ਔਰ ਇੱਧਰ ਹੈ ਸਾਡੇ ਕੋਲੇ 6 ਕੋਣ c। ਤਾਂ ਦੇਖੋ 2 ਕੋਣ a ਇਹਦੀ ਵੈਲਿਊ ਹੋ ਜਾਊਗੀ 270, ਔਰ ਇੱਧਰ ਹੈ 6 ਕੋਣ c। ਤਾਂ ਕੋਣ a ਦੀ ਵੈਲਿਊ ਸਾਡੇ ਕੋਲ ਇੱਥੋਂ ਕਿੰਨੀ ਆ ਜਾਊਗੀ 270 ਬਟਾ 2, ਇਹ ਆ ਜੂ 135। ਤਾਂ ਦੇਖੋ a ਸਾਡੇ ਕੋਲੇ 135 ਔਰ b ਅਸੀਂ ਮੰਨਿਆ 90, ਔਰ 90 ਤੇ 135 ਦਾ ਜੋੜ ਕਰਾਂਗੇ ਤਾਂ ਜਿਹੜੀ ਵੈਲਿਊ ਆ ਉਹ 180 ਤੋਂ ਵੱਧ ਜਾਂਦੀ ਹੈ। ਇਸ ਦਾ ਮਤਲਬ ਸਾਡਾ ਜਿਹੜਾ ਇਹ 90 ਹੈ ਇਹ ਵੀ ਆਨਸਰ ਨਹੀਂ ਹੋ ਸਕਦਾ। ਹੁਣ ਅਸੀਂ b ਨੂੰ 60 ਮੰਨ ਕੇ ਦੇਖਦੇ ਹਾਂ। ਤਾਂ ਦੇਖੋ ਇਹ ਹੋ ਜਾਊਗਾ 2 ਕੋਣ a ਬਰਾਬਰ 3 b ਦੀ ਵੈਲਿਊ 60, ਔਰ ਇੱਧਰ ਹੈ 6 ਕੋਣ c। ਤਾਂ ਇਹ ਹੋ ਜਾਊਗਾ 3 ਦੀ 60 ਨਾਲ ਗੁਣਾ 180 ਡਿਗਰੀ। ਤਾਂ ਕੋਣ a ਸਾਡੇ ਕੋਲੇ ਕਿੰਨਾ ਆ ਜਾਊਗਾ 180 ਬਟਾ 2 ਕਰਾਂਗੇ ਤਾਂ 90 ਆ ਜੂ। ਉਸੇ ਤਰ੍ਹਾਂ ਜੇ ਅਸੀਂ c ਦੀ ਵੈਲਿਊ ਕੱਢੀਏ ਤਾਂ 6 180 ਦੇ ਬਟਾ ਜਾਊਗਾ, ਤਾਂ c ਦੀ ਵੈਲਿਊ ਸਾਡੇ ਕੋਲੇ ਆ ਜੂਗੀ 30। ਤਾਂ ਦੇਖੋ a ਦੀ ਵੈਲਿਊ 90, c ਦੀ ਵੈਲਿਊ 30 ਔਰ b ਅਸੀਂ ਮੰਨਿਆ ਹੋਇਆ 60। ਤਾਂ 90 ਤੇ 60 150 ਤੇ 30 180। ਇਸ ਦਾ ਮਤਲਬ ਜਿਹੜਾ ਸਾਡਾ c ਆਪਸ਼ਨ ਹੈ ਉਹ ਬਿਲਕੁਲ ਠੀਕ ਹੋਊਗਾ। ਤਾਂ ਦੇਖੋ ਇਹ ਆਪਾਂ ਉਹ ਸਵਾਲ ਕੀਤੇ ਜਿਨ੍ਹਾਂ ਨੂੰ ਆਪਾਂ ਸੋਲਵ ਕਰ ਸਕਦੇ ਸੀਗੇ, ਔਰ ਬਾਕੀ ਜੋ 4-5 ਸਵਾਲ ਸੀਗੇ ਉਹ ਕਨਸੈਪਟ ਬੇਸਡ ਸੀਗੇ, ਯਾਨੀ ਆਪਾਂ ਨੂੰ ਜੋ ਕੁਝ ਥਿਊਰਮਾਂ ਹੈਗੀਆਂ ਉਹਨਾਂ ਦੀ ਸਟੇਟਮੈਂਟ ਯਾਦ ਹੋਣੀ ਚਾਹੀਦੀ ਸੀ, ਇਸ ਕਰਕੇ ਉਹ ਸਾਡੇ ਸਵਾਲ ਹੈ ਜਿਹੜੇ ਹੋ ਸਕਦੇ ਸੀ। ਉਮੀਦ ਕਰਦਾ ਤੁਹਾਨੂੰ ਇਹ ਸਵਾਲ ਚੰਗੀ ਤਰ੍ਹਾਂ ਸਮਝ ਆਏ ਹੋਣਗੇ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਟੇਕ ਕੇਅਰ।